ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਉੱਪਰ, ਯਾਨੀ ਕਿ ਸਟੱਡੀ ਫੋਰ ਐਲਵਸ ਦੇ ਉੱਪਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਪੈਕਟਰੋਸਕੋਪੀ ਵੀ ਕਰ ਰਹੇ ਸੀ ਅਤੇ ਨਾਲ ਹੀ ਅਸੀਂ ਐਲਕੋਹਲਸ ਵਾਲਾ ਚੈਪਟਰ ਵੀ ਕਰ ਰਹੇ ਸੀ, ਠੀਕ ਹੈ, ਜਿਸ ਦੇ ਵਿੱਚ ਪਾਰਟ 1 ਅਤੇ ਪਾਰਟ 2 ਕੰਪਲੀਟ ਹੋ ਗਏ। ਅੱਜ ਅਸੀਂ ਪਾਰਟ 3 ਦੇ ਨਾਲ ਜੋ ਹੈ ਅਲਕੋਹਲ ਫਿਨੋਲ ਨੂੰ ਖ਼ਤਮ ਕਰ ਦਾਂਗੇ। ਓਕੇ ਜੀ, ਰਹਿ ਜੂਗਾ ਪੋਰਸ਼ਨ ਈਥਰਸ ਦਾ। ਇੱਕ ਜੋ ਵੀਡੀਓ ਹੈ ਈਥਰਸ ਦੀ ਵੀ ਆਏਗੀ, ਠੀਕ ਹੈ ਜੀ। ਸੋ ਇੰਜੋਏ ਕਰਦੇ ਹਾਂ ਇਸ ਵੀਡੀਓ ਨੂੰ। ਸੋ ਸਟਾਰਟ ਕਰਦੇ ਹਾਂ ਜੀ ਆਪਣੇ ਟੌਪਿਕ ਵੱਲ। ਅੱਜ ਅਸੀਂ ਡਿਸਕਸ ਕਰਦੇ ਹਾਂ ਕੈਮੀਕਲ ਪ੍ਰੋਪਰਟੀਜ਼ ਆਫ ਫਿਨੋਲ। ਓਕੇ, ਕੈਮੀਕਲ ਪ੍ਰੋਪਰਟੀਜ਼ ਆਫ ਫਿਨੋਲ ਪੜ੍ਹਾਂਗੇ ਅਤੇ ਇਹਦੇ ਵਿੱਚ ਕੀ ਹੋਏਗਾ, ਟੋਟਲ 22 ਤੋਂ ਲੈ ਕੇ 23 ਤੱਕ ਦੀਆਂ ਰਿਐਕਸ਼ਨਸ ਨੇ, ਕੰਬਾਈਨਡ ਰਿਐਕਸ਼ਨਸ ਨੇ, ਅਤੇ ਇਹ ਅੱਜ ਅਸੀਂ ਕਰਾਂਗੇ। ਇਹਨੂੰ ਧਿਆਨ ਨਾਲ ਤੁਸੀਂ ਸੁਣ ਸਕਦੇ ਹੋ, ਠੀਕ ਹੈ ਜੀ। ਫਸਟ ਰਿਐਕਸ਼ਨ ਕੀ ਹੈ, ਰਿਐਕਸ਼ਨ ਵਿਦ ਅਲਕਲੀ ਮੈਟਲਸ। ਜਦੋਂ ਫਿਨੋਲ ਹੈ ਉਹਨੂੰ ਐਲਕਲੀ ਮੈਟਲ ਦੇ ਨਾਲ ਰਿਐਕਟ ਕਰਵਾਉਣਾ ਹੈ ਤਾਂ ਕੀ ਬਣੂਗਾ। ਜਦੋਂ ਵੀ ਫਿਨੋਲ ਨੂੰ ਅਸੀਂ ਐਲਕਲੀ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਕੀ ਹੋਏਗਾ, ਤੁਸੀਂ ਦੇਖ ਸਕਦੇ ਹੋ ਸੋਡੀਅਮ ਹੈ, ਇਹਦੇ ਨਾਲ ਅਸੀਂ ਰਿਐਕਟ ਕਰਾਉਣਾ ਇਹਨੂੰ ਤਾਂ ਕੀ ਹੋਏਗਾ, ਇੱਥੋਂ ਜਿਹੜੀ ਬ੍ਰੇਕੇਜ ਹੈ ਹੋ ਜਾਏਗੀ, ਠੀਕ ਹੈ ਨਾ। ਬ੍ਰੇਕੇਜ ਹੋਣ ਤੋਂ ਬਾਅਦ ਇਹ ਦੇਖ ਸਕਦੇ ਹੋ ਤੁਸੀਂ ਉਹਦੇ ਉੱਪਰ O ਨੈਗੇਟਿਵ Na ਪੋਜ਼ੀਟਿਵ, ਇਹ ਪ੍ਰੋਡਕਟ ਜਿਹੜਾ ਹੈ ਬਣ ਜੂ। ਵੈਰੀ ਸਿੰਪਲ, ਇਹਨੂੰ ਕੀ ਕਹਿੰਦੇ ਨੇ, ਫਿਨੋਆਕਸਾਈਡ। ਓਕੇ ਜੀ, ਨੈਕਸਟ ਗੱਲ ਕਰਦੇ ਹਾਂ ਰਿਐਕਸ਼ਨ ਵਿਦ ਐਲਕਲੀਜ਼। ਐਲਕਲੀਜ਼ ਕਿਹੜੇ ਹੁੰਦੇ ਨੇ, ਜਿਵੇਂ NaOH, ਇਹ ਵੀ ਇੱਕ ਐਲਕਲੀ ਹੈ। ਸੋ ਇਹਦੇ ਨਾਲ ਰਿਐਕਸ਼ਨ ਕਰਵਾਵਾਂਗੇ। NaOH ਜਦੋਂ ਇਹਦੇ ਨਾਲ ਰਿਐਕਟ ਕਰੂਗਾ ਤਾਂ ਕੀ ਹੋਏਗਾ, OH ਬੌਂਡ ਹੈ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਬੌਂਡ ਹੈ ਉਹ ਬ੍ਰੇਕ ਹੋ ਜਾਏਗਾ ਅਤੇ ਪ੍ਰੋਡਕਟ ਜਿਹੜਾ ਹੈ ਐਜ਼ ਇਟ ਇਜ਼ ਉੱਪਰ ਵਾਂਗੂ ਹੀ ਕੀ ਬਣੂਗਾ, O ਨੈਗੇਟਿਵ Na ਪੋਜ਼ੀਟਿਵ ਪਲੱਸ ਵਾਟਰ ਜਿਹੜਾ ਹੈ ਉਹ ਰਿਮੂਵ ਹੋ ਜਾਏਗਾ। ਨੈਕਸਟ ਕੁਐਸਚਨ ਦੇਖੋ, ਨੈਕਸਟ ਰਿਐਕਸ਼ਨ ਦੇਖੋ, ਰਿਐਕਸ਼ਨ ਵਿਦ ਜ਼ਿੰਕ। ਜ਼ਿੰਕ ਵਾਲੀ ਰਿਐਕਸ਼ਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਕੀ ਇੱਕ ਫਿਨੋਲ ਜਿਹੜੀ ਹੈ ਉਹ ਕਾਹਦੇ 'ਚ ਕਨਵਰਟ ਹੁੰਦੀ ਹੈ, ਬੈਂਜੀਨ ਦੇ ਵਿੱਚ। ਸਿੰਪਲੀ ਤੁਸੀਂ ਇਹਦੇ ਵਿੱਚ ਜ਼ਿੰਕ ਐਡ ਕਰਨਾ ਐਗਜ਼ਾਮ ਦੇ ਵਿੱਚ। ਜੇਕਰ ਫਿਨੋਲ ਦੇ ਵਿੱਚ ਜ਼ਿੰਕ ਐਡ ਕੀਤਾ ਆਉਂਦਾ ਨਾ ਤਾਂ ਤੁਸੀਂ ਕੀ ਕਰਨਾ ਹੈ, ਉੱਥੇ ਬੈਂਜ਼ੀਨ ਵਾਲੀ ਆਪਸ਼ਨ ਨੂੰ ਟਿਕ ਕਰਨਾ ਹੈ। ਬੈਂਜੀਨ ਪਲੱਸ ਜ਼ਿੰਕ ਆਕਸਾਈਡ ਜਿਹੜੀ ਹੈ ਉਹ ਕੀ ਹੋ ਜਾਂਦੀ ਹੈ, ਰਿਮੂਵ। ਨੈਕਸਟ ਦੇਖੋ ਰਿਐਕਸ਼ਨ ਵਿਦ ਅਮੋਨੀਆ। ਅਮੋਨੀਆ ਦਾ ਕੀ ਫਾਰਮੂਲਾ ਹੁੰਦਾ ਹੈ, ਹਾਂਜੀ ਕਮੈਂਟ ਕਰਕੇ ਦੱਸੋ ਅਮੋਨੀਆ ਦਾ ਫਾਰਮੂਲਾ। ਦੈਟ ਇਜ਼ NH3 ਹੈ ਨਾ। ਤਾਂ NH3 ਨੂੰ ਰਿਐਕਟ ਕਰਾਉਣਾ ਕਿਹਦੇ ਨਾਲ, ਫਿਨੋਲ ਨਾਲ। ਬਟ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਕਰਵਾਵਾਂਗੇ, ਐਨਹਾਈਡਰਸ ਜ਼ਿੰਕ Cl2, ਜ਼ਿੰਕ ਕਲੋਰਾਈਡ ਦੀ ਪ੍ਰੈਜ਼ੈਂਸ ਦੇ ਵਿੱਚ। ਇਹ ਐਨਹਾਈਡਰਸ ਦਾ ਕੀ ਮੀਨਿੰਗ ਹੁੰਦਾ, ਇਹਦੇ ਅੱਗੇ ਐਨਹਾਈਡਰਸ ਕਿਉਂ ਪਾਇਆ ਹੁੰਦਾ, ਕਿਉਂਕਿ ਜਿਹੜਾ ਇਹ ਜ਼ਿੰਕ Cl2 ਹੈ, ਠੀਕ ਹੈ ਨਾ, ਇਹਦੇ ਵਿੱਚ ਕੀ ਹੈ, ਵਾਟਰ ਦੀ ਬਿਲਕੁਲ ਵੀ ਪ੍ਰੈਜ਼ੈਂਸ ਨਹੀਂ ਹੋਣੀ ਚਾਹੀਦੀ, ਠੀਕ ਹੈ ਨਾ। ਮੀਨਸ ਇਵੈਪੋਰੇਟ ਹੋ ਕੇ ਪੂਰਾ ਕੰਪਲੀਟਲੀ ਇਹ ਕੀ ਹੋਣਾ ਚਾਹੀਦਾ ਹੈਗਾ, ਪਿਓਰ ਜ਼ਿੰਕ Cl2 ਹੋਣਾ ਚਾਹੀਦਾ। ਇਹਦੇ ਵਿੱਚ ਬਿਲਕੁਲ ਵੀ ਅਮਾਊਂਟ ਵਾਟਰ ਦੀ ਨਹੀਂ ਹੋਣੀ ਚਾਹੀਦੀ, ਇਸ ਕਰਕੇ ਇਹਨੂੰ ਐਨਹਾਈਡਰਸ ਕਿਹਾ ਜਾਂਦਾ ਹੈ। ਓਕੇ ਜੀ, ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇੱਥੋਂ ਫਿਨੋਲ ਜਿਹੜਾ ਹੈ ਕਿਹਦੇ 'ਚ ਕਨਵਰਟ ਹੋ ਰਿਹਾ ਹੈ, ਐਨੀਲੀਨ ਦੇ ਵਿੱਚ। ਜਦੋਂ ਐਨੀਲੀਨ ਦੇ ਵਿੱਚ ਕਨਵਰਟ ਹੁੰਦਾ ਹੈ ਤਾਂ ਉਦੋਂ ਅਸੀਂ ਕੀ ਕਹਿੰਦੇ ਹਾਂ, ਦੈਟ ਇਜ਼ ਰਿਐਕਸ਼ਨ ਵਿਦ ਅਮੋਨੀਆ। ਐਨੀਲੀਨ ਦੇ ਵਿੱਚ ਕਨਵਰਟ ਹੁੰਦਾ ਫਿਨੋਲ। ਯਾਦ ਰੱਖਣਾ ਇਹਦੇ ਮੇਨ ਰੀਏਜੈਂਟਸ, ਕਿਉਂਕਿ ਐਗਜ਼ਾਮ ਦੇ ਵਿੱਚ ਕੀ ਹੁੰਦਾ, ਇੱਥੇ ਫਿਨੋਲ ਲਿਖਿਆ ਹੁੰਦਾ ਅਤੇ ਇੱਥੇ ਕੁਐਸਚਨ ਮਾਰਕ ਪਾ ਕੇ ਵੀ ਦੇ ਸਕਦਾ ਤੁਹਾਨੂੰ, ਐਨੀਲੀਨ ਵੀ ਦੇ ਸਕਦਾ, ਜਾਂ ਫਿਰ ਇਹ ਸਾਰਾ ਪ੍ਰੋਡਕਟ ਰਿਐਕਟੈਂਟ ਦੇ ਸਕਦਾ, ਤੁਹਾਨੂੰ ਪ੍ਰੋਡਕਟ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਨੈਕਸਟ ਦੇਖੋ, ਨੈਕਸਟ ਰਿਐਕਸ਼ਨ ਤੇ ਆ ਜਾਂਦੇ ਆ, ਫਿਫਥ ਰਿਐਕਸ਼ਨ। ਫਿਫਥ ਰਿਐਕਸ਼ਨ ਕੀ ਹੈ ਕਿ ਫਿਨੋਲ ਨੂੰ ਤੁਸੀਂ ਰਿਐਕਟ ਕਰਵਾਉਣਾ ਹੈ ਐਸਿਡ ਕਲੋਰਾਈਡਸ ਨਾਲ। ਇਸ ਰਿਐਕਸ਼ਨ ਨੂੰ ਅਸੀਂ ਕੀ ਕਹਿੰਦੇ ਆ, ਐਸਾਈਲੇਸ਼ਨ, ਠੀਕ ਹੈ ਨਾ। ਐਸਾਈਲੇਸ਼ਨ ਦੇ ਵਿੱਚ ਤੁਸੀਂ ਇੱਕ ਰਿਐਕਟੈਂਟ ਲਰਨ ਕਰਨਾ ਹੁੰਦਾ, ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ, ਦੈਟ ਇਜ਼ CH3COCl। ਓਕੇ, ਇਹ ਤੁਸੀਂ ਲਰਨ ਕਰਨਾ ਹੈ ਅਤੇ ਇਹਦੇ ਨਾਲ ਤੁਸੀਂ ਇਹਦੀ ਰਿਐਕਸ਼ਨ ਕਰਵਾਉਣੀ ਹੈ ਫਿਨੋਲ ਨਾਲ। ਤਾਂ ਕੀ ਹੋਏਗਾ, ਜੋ ਇੱਥੇ ਬ੍ਰੇਕੇਜ ਹੈ OH ਦੀ ਅਗੇਨ ਬ੍ਰੇਕੇਜ ਹੋਏਗੀ ਅਤੇ ਪ੍ਰੋਡਕਟ ਜਿਹੜਾ ਹੈ COCH3, ਇਹ ਵਾਲਾ ਪੋਰਸ਼ਨ ਜਿਹੜਾ ਹੈ ਇਹ ਕਿਹਦੇ ਨਾਲ ਲੱਗ ਜੂਗਾ ਜਾ ਕੇ, ਆਕਸੀਜਨ ਦੇ ਨਾਲ। ਐਂਡ ਜੋ ਰਿਮੇਨਿੰਗ ਹੈ ਜਿਵੇਂ Cl ਤੇ H, ਇਹ ਦੋਨੋਂ ਕੀ ਹੋ ਜਾਣਗੇ, ਰਿਮੂਵ। ਮੀਨਸ ਪ੍ਰੋਡਕਟ ਕੀ ਬਣੂਗਾ, ਜੇਕਰ ਐਸਾਈਲੇਸ਼ਨ ਰਿਐਕਸ਼ਨ ਦੀ ਗੱਲ ਕਰੀਏ, ਫਿਨਾਈਲ ਇਥੇਨੋਇਟ ਜਿਹੜਾ ਹੈ ਤੁਹਾਡੇ ਕੋਲੇ ਪ੍ਰੋਡਕਟ ਫਾਰਮੇਸ਼ਨ ਹੋਏਗੀ। ਇਹਨੂੰ ਨੋਟ ਕਰ ਲਓ ਜੀ ਨਾਲ ਦੀ ਨਾਲ ਤੁਸੀਂ। ਅਤੇ ਇਹ ਜਿਹੜੀ ਵੀਡੀਓ ਹੁੰਦੀ ਹੈ ਇਹ ਪ੍ਰਾਈਵੇਟ ਰਹਿਣਗੀਆਂ, ਠੀਕ ਹੈ ਨਾ। ਤਾਂ ਇਹਨੂੰ ਤੁਸੀਂ ਹੁਣੀ ਦੇਖੋ, ਸੋ ਦੈਟ 1 ਆਵਰ ਬਾਅਦ ਇਹ ਕੀ ਹੋ ਜਾਏਗੀ, ਪ੍ਰਾਈਵੇਟ ਹੋ ਜਾਏਗੀ ਵੀਡੀਓ, ਉਸ ਤੋਂ ਬਾਅਦ ਤੁਸੀਂ ਨਹੀਂ ਦੇਖ ਪਾਓਗੇ, ਠੀਕ ਹੈ ਜੀ। ਦੇਖੋ ਰਿਐਕਸ਼ਨ ਵਿਦ ਐਸਿਡ ਐਨਹਾਈਡਰਾਈਡ। ਓਕੇ, ਰਿਐਕਸ਼ਨ ਤੁਸੀਂ ਕਰਾਉਣੀ ਆ ਐਸਿਡ ਐਨਹਾਈਡਰਾਈਡ ਨਾਲ। ਮੀਨਸ ਇਹਨੂੰ ਕਹਿੰਦੇ ਨੇ, ਜਦੋਂ ਉੱਪਰ ਅਸੀਂ ਕਿਹਦੇ ਨਾਲ ਕਰਵਾਈ ਸੀਗੀ, ਉੱਪਰ ਵਾਲੀ ਰਿਐਕਸ਼ਨ ਨੂੰ ਅਸੀਂ ਐਸਾਈਲੇਸ਼ਨ ਕਹਿੰਦੇ ਹਾਂ, ਜਿਹਦੇ ਵਿੱਚ CH3COCl ਹੁੰਦਾ ਹੈ, ਜਿਸ ਦੇ ਵਿੱਚ ਹੋਊਗਾ ਇਹ ਵਾਲਾ ਪ੍ਰੋਡਕਟ, ਮੀਨਸ CH3COO ਐਂਡ ਅਗੇਨ ਇੱਧਰ ਕੀ ਆ ਜਾਊਗਾ, CH3CO, ਠੀਕ ਹੈ। ਇਹ ਕੰਪਲੀਟ ਜਿਹੜਾ ਹੁੰਦਾ
ठीक है, इनू की कहते हैं, दैट इज एसिड एनहाइड्राइड। ओके, इनू रिएक्ट कराना फिनोल दे नाल, और इस प्रोसैस नू की कहा जाता है, दैट इज एसीटाइलेशन। सेम रिएक्शन है, इत्थों ब्रेकेज हो जाएगी, तो जिहड़ा ये वाला पार्ट है, जिहड़ा कीता होया सर्कल तुसीं देख सकते हो, ये वाला पार्ट ये नाल जाके ऑक्सीजन नाल लग जाएगा, तो जिहड़ा प्रोडक्ट है वो की निकल के आएगा, सेम ही आएगा उपर वाला। एसाइलेशन ते एसीटाइलेशन दे विच जिहड़ा प्रोडक्ट बनदा सेम ही बनदा है। तो एडिशनल प्रोडक्ट की बनूगा, जिहड़ा ये वाला पोर्शन बच गया सी है ना, ਇਹ ਕਿਹਦੇ ਨਾਲ ਰਿਐਕਟ ਹੋ ਜਾਊਗਾ, ਐਚ ਨਾਲ, ਤੇ ਇਹ ਐਡੀਸ਼ਨਲ ਪ੍ਰੋਡਕਟ ਜਿਹੜਾ ਹੈ ਉਹ ਬਾਹਰ ਆ ਜਾਊਗਾ। ਨੈਕਸਟ ਰਿਐਕਸ਼ਨ ਕਰਦੇ ਆ 7th, ਇਹਦੇ ਵਿੱਚ ਇਹ ਵੀ ਇੰਪੋਰਟੈਂਟ ਰਿਐਕਸ਼ਨ ਹੈ, ਬਿਕੋਜ਼ ਇਹਦੇ ਵਿੱਚ ਐਸਪਰਿਨ ਦੀ ਫਾਰਮੇਸ਼ਨ ਹੁੰਦੀ ਹੈ। ਦੇਖੋ ਇਹਦੇ ਵਿੱਚ ਕੀ ਹੋਏਗਾ, ਤੁਸੀਂ ਕੀ ਲੈਣਾ, ਸੈਲਿਸਿਲਿਕ ਐਸਿਡ। ਸੈਲਿਸਿਲਿਕ ਐਸਿਡ ਦੇ ਵਿੱਚ ਕੀ ਕਰਨਾ, ਸੈਲਿਸਿਲਿਕ ਐਸਿਡ ਦਾ ਫਾਰਮੂਲਾ ਇਹ ਹੁੰਦਾ, ਤੁਸੀਂ ਸਾਰਿਆਂ ਨੇ ਯਾਦ ਰੱਖਣਾ ਹੈ। ਦਿਸ ਇਜ਼ ਫਾਰਮੂਲਾ ਫॉर ਸੈਲਿਸਿਲਿਕ ਐਸਿਡ। ਐਗਜ਼ਾਮ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ कि इत्थे जिहड़ा है OH लग्या होया, ते इत्थे की लग्या होया COOH। ये किस दा फॉर्मूला है, ठीक है ना, फॉर्मूला भी पूछा जा सकता है, कुछ भी आ सकता है एग्जाम दे विच। तो उत्थे तुहानूं ऑप्शनस दे दित्तियां जाणगियां, सैलिसिलिक एसिड ये वो, ठीक है। तो तुसीं सैलिसिलिक एसिड जिहड़ा है वो टिक करना है। सैलिसिलिक एसिड दे विच तुसीं की ऐड कर रहे हो, दैट इज़ अगेन एसिड एनहाइड्राइड। ਤਾਂ ਕੀ ਹੋਏਗਾ, ਇਹਦੇ ਨਾਲ ਜਿਹੜਾ ਪ੍ਰੋਡਕਟ ਹੈ ਉਹੀ ਚੀਜ਼ ਮਤਲਬ ਦੁਬਾਰਾ ਲੱਗ ਜਾਏਗੀ, OCOCH3। ਜਿਹੜਾ ਉੱਪਰ ਪ੍ਰੋਡਕਟ ਬਣਿਆ ਸੀ, ਇੱਕ ਵਾਰ ਧਿਆਨ ਨਾਲ ਦੇਖੋ, ਇਹਨੂੰ ਕਹਿੰਦੇ ਨੇ ਫਿਨਾਈਲ ਇਥੇਨੋਇਟ। ਜੇਕਰ ਇੱਥੇ COOH ਲੱਗ ਜਾਂਦਾ, ਠੀਕ ਹੈ ਨਾ, ਇੱਥੇ ਐਡੀਸ਼ਨਲ ਕੀ ਲੱਗ ਜਾਂਦਾ, COOH, ਤਾਂ ਇਹਦਾ ਫਾਰਮੂਲਾ ਚੇਂਜ ਹੋ ਕੇ ਕੀ ਬਣ ਜਾਂਦਾ, ਐਸਪਰਿਨ। ਠੀਕ ਹੈ ਨਾ, ਜੇ ਉੱਪਰ ਵਾਲੀ ਰਿਐਕਸ਼ਨ ਲਰਨ ਹੈ ਤਾਂ ਇਹ ਵੀ ਰਿਐਕਸ਼ਨ ਨਾਲ ਦੀ ਨਾਲ ਜਿਹੜੀ ਹੈ ਲਰਨ ਹੋ ਜੂਗੀ। ਨੈਕਸਟ ਰਿਐਕਸ਼ਨ ਹੈ ਜਿਸਨੂੰ ਨੇਮਿੰਗ ਰਿਐਕਸ਼ਨ ਕਿਹਾ ਜਾਂਦਾ, ਦੈਟ ਇਜ਼ ਫਰਾਈਜ਼ ਰੀਅਰੇਂਜਮੈਂਟ। ਫਰਾਈਜ਼ ਰੀਅਰੇਂਜਮੈਂਟ ਦੇ ਵਿੱਚ ਕੀ ਹੁੰਦਾ ਹੈ, ਦੇਖੋ ਤੁਸੀਂ ਆਹ ਤੁਹਾਡੇ ਕੋਲੇ ਪ੍ਰੋਡਕਟ ਬਣਿਆ ਸੀ ਨਾ, ਉੱਪਰ ਵਾਲੇ 'ਚ ਦੇਖੋ, ਆਹ 6th ਰਿਐਕਸ਼ਨ 'ਚ ਆਹ ਵਾਲਾ ਪ੍ਰੋਡਕਟ ਦੇਖੋ, ਇਹਨੂੰ ਤੁਸੀਂ ਫਰਾਈਜ਼ ਰੀਅਰੇਂਜਮੈਂਟ ਦੇ ਵਿੱਚ ਯੂਜ਼ ਕਰਨਾ, ਠੀਕ ਹੈ। ਬਹੁਤ ਇੰਪੋਰਟੈਂਟ ਬਣ ਜਾਂਦਾ ਇਹ ਫਰਾਈਜ਼ ਰੀਅਰੇਂਜਮੈਂਟ ਲਈ ਇਹ ਵਾਲਾ ਪ੍ਰੋਡਕਟ। ਸੋ ਇਹਦੇ ਵਿੱਚ ਤੁਸੀਂ ਐਡ ਕਰਨਾ ਹੈ AlCl3, ਠੀਕ ਹੈ ਨਾ, ਐਂਡ ਹੀਟ ਵੀ ਕਰਨਾ। ਓਕੇ, ਜਦੋਂ ਤੁਸੀਂ ਇਹਨੂੰ ਹੀਟ ਕਰੋਗੇ ਤਾਂ ਤੁਹਾਡੇ ਕੋਲੇ ਕੀ ਬਣੇਗਾ, ਦੋ ਪ੍ਰੋਡਕਟਸ ਬਣਨਗੇ, ਠੀਕ ਹੈ। ਦੋ ਪ੍ਰੋਡਕਟਸ ਦਾ ਮਿਕਸਚਰ ਬਣੇਗਾ। ਇੱਕ ਤਾਂ ਬਣੂਗਾ ਤੁਹਾਡੇ ਕੋਲੇ ਔਰਥੋ ਹਾਈਡਰੋਕਸੀ ਐਸੀਟੋਫਿਨੋਨ। ਹਾਈਡਰੋਕਸੀ ਹੈ ਮਤਲਬ ਇਹ ਵਾਲੇ ਗਰੁੱਪ ਨੂੰ ਹਾਈਡਰੋਕਸੀ ਕਹਿੰਦੇ ਆ ਨਾ ਆਪਾਂ, ਸੋ ਹਾਈਡਰੋਕਸੀ ਐਸੀਟੋਫਿਨੋਨ। ਤੇ ਦੂਸਰਾ ਕਿਹੜਾ ਬਣੂ, ਪੈਰਾ ਹਾਈਡਰੋਕਸੀ ਐਸੀਟੋਫਿਨੋਨ। ਸੋ ਮਿਕਸਚਰ ਬਣੇਗਾ ਫਰਾਈਜ਼ ਰੀਅਰੇਂਜਮੈਂਟ ਦੇ ਵਿੱਚ। ਤੁਹਾਨੂੰ ਉੱਥੇ ਰਿਐਕਸ਼ਨ ਦੇ ਕੇ ਠੀਕ ਹੈ, ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਇਹਦਾ ਨਾਮ ਦੱਸੋ, ਠੀਕ ਹੈ ਨਾ, ਜਾਂ ਤੁਹਾਨੂੰ ਫਰਾਈਜ਼ ਰੀਅਰੇਂਜਮੈਂਟ ਦਾ ਰੀਏਜੈਂਟ ਪੁੱਛਿਆ ਜਾ ਸਕਦਾ ਹੈ। ਓਕੇ, ਜਾਂ ਫਿਰ ਤੁਹਾਨੂੰ ਇੰਨਾ ਪਾਰਟ ਦੇ ਸਕਦਾ, ਇੱਥੇ ਕੁਐਸਚਨ ਮਾਰਕ ਆ ਸਕਦਾ ਹੈ। ਓਕੇ, ਸੋ ਕਿ ਕਿਹੜੇ ਕਿਹੜੇ ਪ੍ਰੋਡਕਟਸ ਬਣਦੇ ਨੇ। ਸੋ ਸਿੰਪਲ ਵੀ ਇਹ ਪੁੱਛਿਆ ਜਾ ਸਕਦਾ ਕਿ ਫਰਾਈਜ਼ ਰੀਅਰੇਂਜਮੈਂਟ ਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟਸ ਬਣਦੇ ਨੇ, ਪ੍ਰੋਡਕਟਸ ਦੀਆਂ ਆਪਸ਼ਨਸ ਵੀ ਆ ਸਕਦੀਆਂ ਨੇ। ਸੋ ਕੁਐਸਚਨ ਦੀ ਫਾਰਮੇਸ਼ਨ ਜਿਹੜੀ ਹੈ ਉਹ ਕਿਵੇਂ ਵੀ ਹੈ ਹੋ ਸਕਦੀ ਹੈ। ਨੈਕਸਟ ਰਿਐਕਸ਼ਨ ਗੱਲ ਕਰਦੇ ਹਾਂ, ਦੈਟ ਇਜ਼ ਦ ਬੈਂਜ਼ੋਲੇਸ਼ਨ ਰਿਐਕਸ਼ਨ, ਜਿਹਨੂੰ ਅਸੀਂ ਸ਼ਾਰਟਨ ਬੂਮੈਨ ਰਿਐਕਸ਼ਨ ਵੀ ਕਹਿੰਦੇ ਹਾਂ। ਇਹਦੇ ਵਿੱਚ ਕੀ ਕਰਦੇ ਆ, ਇਹਦੇ ਵਿੱਚ ਵੀ ਓਬਵੀਅਸਲੀ ਫਿਨੋਲ ਜੋ ਹੈ ਉਹਦੀਆਂ ਕੈਮੀਕਲ ਪ੍ਰੋਪਰਟੀਜ਼ ਚੱਲ ਰਹੀਆਂ ਨੇ, ਹੈ ਨਾ, ਤਾਂ ਫਿਨੋਲ ਨੂੰ ਲਵਾਂਗੇ ਅਤੇ ਉਹਦੇ ਵਿੱਚ ਐਡ ਕੀ ਕਰਨਾ, ਦਿਸ ਇਜ਼ ਇੰਪੋਰਟੈਂਟ ਥਿੰਗ। ਓਕੇ, ਸੋ ਬੈਂਜ਼ੋਲੇਸ਼ਨ ਦੇ ਵਿੱਚ ਕੀ ਹੁੰਦਾ, C6H5COCl। ਜਿੱਦਾਂ ਅਸੀਂ ਉੱਪਰ ਨਹੀਂ ਕਰੀ ਸੀ ਐਸਾਈਲੇਸ਼ਨ, ਉਹਦੇ ਨਾਲ ਜਮਾਂ ਮੈਚਡ ਰਿਐਕਸ਼ਨ ਹੈ, ਉੱਥੇ ਸੀ CH3COCl। ਇੱਥੇ ਤੁਸੀਂ CH3 ਨੂੰ ਰਿਪਲੇਸ ਕਰ ਦੇਣਾ C6H5 ਦੇ ਨਾਲ, ਬਿਲਕੁਲ ਉਹੀ ਰਿਐਕਸ਼ਨ ਬਣ ਜਾਣੀ ਹੈ। ਅਤੇ ਇੱਥੇ ਕੀ ਹੋਊਗਾ, H ਨਾਲ Cl ਚਲਾ ਜਾਊਗਾ ਐਂਡ ਇੱਥੋਂ ਬੌਂਡ ਬ੍ਰੇਕੇਜ ਹੋਏਗਾ ਅਤੇ ਇਹਦੇ ਨਾਲ ਇਹ ਪਾਰਟ ਲੱਗ ਜੂਗਾ, ਠੀਕ ਹੈ। ਇਹਨੂੰ ਕਿਹਾ ਜਾਂਦਾ ਦੈਟ ਇਜ਼, ਇਹ ਪ੍ਰੋਡਕਟ ਕੀ ਬਣੂਗਾ, ਜੋ ਉੱਪਰ ਬਣਿਆ ਸੀ ਆਪਣੇ ਕੋਲੇ ਪ੍ਰੋਡਕਟ, ਦੈਟ ਇਜ਼ ਉੱਥੇ ਕੀ ਬਣਿਆ ਸੀ ਆਪਣੇ ਕੋਲੇ OCOCH3 ਬਣਿਆ ਸੀ। ਓਕੇ, ਬਸ ਇੱਥੇ ਵੀ ਜਿਹੜਾ ਪ੍ਰੋਡਕਟ ਹੈ ਸੇਮ ਹੀ ਬਣੂਗਾ, ਬਸ C6H5 ਆ ਜਾਏਗਾ। ਨੈਕਸਟ ਆ ਜਾਊਗਾ ਰਿਐਕਸ਼ਨ ਵਿਦ ਗ੍ਰਿਗਨਾਰਡ ਰੀਏਜੈਂਟ। ਗ੍ਰਿਗਨਾਰਡ ਰੀਏਜੈਂਟ ਦਾ ਫਾਰਮੂਲਾ ਸਭ ਨੂੰ ਯਾਦ ਹੈ ਨਾ, ਕੀ ਹੁੰਦਾ ਫਾਰਮੂਲਾ, ਜੇਕਰ ਮੈਂ ਜਨਰਲ ਫਾਰਮੂਲਾ ਦੀ ਗੱਲ ਕਰਾਂ ਤਾਂ ਕੀ ਫਾਰਮੂਲਾ ਹੁੰਦਾ, ਸਾਰੇ ਜਾਣੇ ਦੱਸੋ, ਦੈਟ ਇਜ਼ RMGX। ਓਕੇ, ਆਰ ਕੀ ਹੁੰਦਾ ਹੈਗਾ, ਇਹਨੂੰ ਕਹਿੰਦੇ ਨੇ ਐਲਕਾਈਲ ਗਰੁੱਪ ਹੋ ਗਿਆ, ਐਕਸ ਕੀ ਹੁੰਦਾ, ਇਹ ਹੁੰਦਾ ਹੈਲੋਜਨ ਗਰੁੱਪ ਹੋ ਗਿਆ, MG ਕੀ ਇਹਦੇ ਵਿੱਚ ਮੈਟਲ ਆ ਜਾਂਦਾ। ਸੋ RMGX ਨਾਲ ਰਿਐਕਸ਼ਨ ਕਰਵਾਉਣੀ ਹੈ ਫਿਨੋਲ ਦੀ। ਦੇਖਦੇ ਹਾਂ ਕੀ ਬਣਦਾ, ਫਿਨੋਲ ਜੋ ਹੈ RMGX ਨਾਲ ਰਿਐਕਟ ਹੋ ਗਿਆ ਤਾਂ ਬ੍ਰੇਕੇਜ ਯਾਦ ਰੱਖੋ, ਬਸ ਇਹਨਾਂ 'ਚ ਬ੍ਰੇਕੇਜ ਇੰਪੋਰਟੈਂਟ ਹੈ। ਬ੍ਰੇਕੇਜ ਇਹ ਪਾਰਟ ਇਹਦੇ ਨਾਲ ਚਲਾ ਜਾਊਗਾ, ਜਿਹੜਾ ਇਹ ਪਾਰਟ ਹੈ ਇਹ ਆਕਸੀਜਨ ਨਾਲ ਲੱਗ ਜਾਏਗਾ, ਕਿਉਂਕਿ ਦੇਖੋ ਜਦੋਂ ਉਹ
H ਪਾਰਟ ਇੱਥੋਂ ਚਲਾ ਜਾਏਗਾ, ਇੱਥੇ ਨੈਗੇਟਿਵ ਇਹ ਜਿਹੜਾ ਪੋਰਸ਼ਨ ਹੁੰਦਾ ਸੌਰੀ ਇੱਥੇ ਪੋਜ਼ੀਟਿਵ ਚਾਰਜ ਆ ਜਾਏਗਾ, ਇਹ ਜਿਹੜਾ ਪੋਰਸ਼ਨ ਹੁੰਦਾ ਨਾ ਇਹ ਇੱਥੇ ਨੈਗੇਟਿਵ ਚਾਰਜ ਹੁੰਦਾ ਹੈ ਨਾ, ਤਾਂ ਨੈਗੇਟਿਵ ਕੀ ਹੋਏਗਾ ਇਹਦੇ ਨਾਲ ਅਟੈਚ ਕਰ ਜਾਏਗਾ। ਸੋ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਕਿਹੜੀ ਮੇਨ ਰਿਐਕਸ਼ਨ ਬਣੂਗੀ, ਇਹ ਵਾਲੇ ਦਾ ਪੋਰਸ਼ਨ ਇਹ ਬਣ ਗਿਆ ਤੇ ਬੈਂਜ਼ੀਨ ਨਾਲ ਇੱਥੇ ਆ ਗਿਆ ਰਿਐਕਸ਼ਨ ਮੇਨ। ਨੈਕਸਟ ਹੈਗਾ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ। ਐਕਚੁਅਲੀ ਇਹ ਜਿਹੜੀ ਉੱਪਰ ਵਾਲੀ ਰਿਐਕਸ਼ਨ ਸੀ 10th ਹੈ, ਬਟ ਜਿਹੜੀਆਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਨੇਗੀਆਂ ਇਹਦੀਆਂ ਵੀ ਜਿਹੜੀਆਂ ਰਿਐਕਸ਼ਨਸ ਨੇ ਮੈਂ ਮਿਕਸਅਪ ਕਰਤੀਆਂ ਨੇ। ਓਕੇ, ਸੋ ਨਾਲ ਹੀ ਕਰਾਂਗੇ ਰਿਐਕਸ਼ਨਸ, ਇਹਨਾਂ ਦੀਆਂ ਵੀ ਸੈਪਰੇਟ ਕਰਨੀਆਂ ਥੋੜ੍ਹੀਆਂ ਟਫ ਰਹਿੰਦੀਆਂ ਨੇ, ਇਕੱਠੀਆਂ ਹੀ ਕਰਾਂਗੇ। ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਾ ਮਤਲਬ ਇਹ ਹੁੰਦਾ ਕਿ ਅਸੀਂ ਇਹ ਚੈੱਕ ਕਰਨਾ ਕਿ ਫਿਨੋਲ ਦੇ ਮਤਲਬ ਜਿਹੜਾ ਫਿਨੋਲ ਹੁੰਦਾ ਉਹਦੀ ਕਿਹੜੀ ਕਿਹੜੀ ਪੋਜੀਸ਼ਨ ਦੇ ਉੱਤੇ ਹੈ ਨਾ ਇਲੈਕਟ੍ਰੋਨਸ ਦੀ ਡੈਂਸਿਟੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ ਨਾ। ਜੇ ਆਪਾਂ ਇਹਦੇ ਵਿੱਚ ਕੋਈ ਇਲੈਕਟ੍ਰੋਫਾਈਲ ਐਡ ਕਰਨਾ ਸਪੋਜ਼, ਤਾਂ ਉਹ ਮਤਲਬ ਉਹ ਕਿਹੜੀ ਪੋਜੀਸ਼ਨ, ਇਲੈਕਟ੍ਰੋਫਾਈਲ ਪੋਜ਼ੀਟਿਵਲੀ ਚਾਰਜਡ ਹੁੰਦੇ ਆ, ਤੇ ਪੋਜ਼ੀਟਿਵਲੀ ਚਾਰਜਡ ਜਾ ਕੇ ਮਤਲਬ ਕੀ ਦੇਖੂਗਾ ਇਲੈਕਟ੍ਰੋਨਸ ਨੂੰ। ਤਾਂ ਅਸੀਂ ਇਹ ਜਿਹੜਾ ਮੈਕੈਨਿਜ਼ਮ ਵੈਸੇ ਤੁਸੀਂ ਨਹੀਂ ਕਰਨਾ, ਬਸ ਇਹ ਸਮਝਣ ਵਾਸਤੇ ਹੈ ਕਿ ਇਲੈਕਟ੍ਰੋਨਸ ਜਿਹੜੇ ਹੁੰਦੇ ਨੇ ਦੇਖੋ ਔਰਥੋ ਪੋਜੀਸ਼ਨ ਤੇ ਜ਼ਿਆਦਾ ਮਿਲਦੇ ਨੇ। ਤੁਸੀਂ ਦੇਖ ਸਕਦੇ ਹੋ ਇਲੈਕਟ੍ਰੋਨ ਇੱਕ ਪੈਰਾ ਤੇ ਇੱਕ ਔਰਥੋ ਤੇ, ਤਾਂ ਦੈਟ ਮੀਨ ਕੀ ਹੋ ਗਿਆ ਔਰਥੋ ਤੇ ਪੈਰਾ ਪੋਜੀਸ਼ਨ ਦੇ ਉੱਤੇ ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਅਸੀਂ ਇਹ ਕਹਾਂਗੇ ਕਿ ਜੋ ਫਿਨੋਲਸ ਹੁੰਦੇ ਨੇ ਉਹ ਔਰਥੋ ਪੈਰਾ ਡਾਇਰੈਕਟਿੰਗ ਗਰੁੱਪਸ ਹੁੰਦੇ ਨੇ। ਠੀਕ ਹੈ ਜੀ, ਵੈਰੀ ਸਿੰਪਲ। ਸੋ ਇਹਦੇ ਨਾਲ ਦੀ ਰਿਐਕਸ਼ਨ ਕਰ ਲੈਂਦੇ ਹਾਂ, ਦੈਟ ਇਜ਼ ਬ੍ਰੋਮੀਨੇਸ਼ਨ। ਬ੍ਰੋਮੀਨੇਸ਼ਨ ਕੀ ਕਰਦਾ ਹੈ, ਫਿਨੋਲ ਦੇ ਵਿੱਚ ਅਸੀਂ ਬ੍ਰੋਮੀਨੇਸ਼ਨ ਐਡ ਕਰਦੇ ਹਾਂ ਜਦੋਂ ਬ੍ਰੋਮੀਨੇਸ਼ਨ ਐਕੁਅਸ, ਯਾਦ ਰੱਖਣਾ ਉਰੇ ਐਕੁਅਸ, ਅਗਰ ਐਗਜ਼ਾਮ ਦੇ ਵਿੱਚ ਤੁਹਾਨੂੰ ਐਕੁਅਸ ਪਾਇਆ ਹੋਇਆ ਨਾ ਤਾਂ ਤੁਸੀਂ ਸਮਝ ਜਾਣਾ ਵੀ ਕਿਹਦੀ ਗੱਲ ਹੋ ਰਹੀ ਹੈ। ਓਕੇ, ਐਕੁਅਸ ਪਾਇਆ ਹੋਇਆ ਤੇ ਇਹਦੇ ਵਿੱਚ ਕੀ ਹੋਏਗਾ ਦੇਖੋ 3 Br ਪਾਏ ਨੇ, ਤਾਂ 3 ਪਾਏ ਨੇ ਤਾਂ ਸਾਨੂੰ ਪਤਾ ਹੈ ਨਾ ਕਿ ਕਿੱਥੇ ਕਿੱਥੇ ਇਲੈਕਟ੍ਰੋਨ ਦੀ ਜਿਹੜੀ ਡੈਂਸਿਟੀ ਜ਼ਿਆਦਾ ਹੁੰਦੀ ਹੈ। ਇੱਕ ਤਾਂ ਔਰਥੋ ਪੋਜੀਸ਼ਨ ਤੇ ਲੱਗ ਜੂਗਾ, ਇੱਕ ਲੱਗ ਜੂਗਾ ਪੈਰਾ ਪੋਜੀਸ਼ਨ ਤੇ, ਇੱਕ ਫੇਰ ਔਰਥੋ ਤੇ। ਤਾਂ ਸਮਝ ਗਏ ਹੋਣਗੇ ਤਾਂ ਕੀ ਪ੍ਰੋਡਕਟ ਬਣੂਗਾ 2,4,6 ਟਰਾਈ ਬ੍ਰੋਮੋਫਿਨੋਲ। ਠੀਕ ਹੈ ਨਾ। ਹਾਂਜੀ, ਨੈਕਸਟ ਰਿਐਕਸ਼ਨ ਹੈਗੀ ਹੈ ਕਿ ਜਿਹੜਾ ਫਿਨੋਲ ਹੈ ਅਗਰ ਤੁਸੀਂ Br ਇਹਦੇ ਵਿੱਚ ਐਡ ਕਰਦੇ ਹੋ, ਕਿਹਦੀ ਪ੍ਰੈਜ਼ੈਂਸ ਦੇ ਵਿੱਚ ਕਰਦੇ ਹੋ, CS2 ਦੀ। ਉੱਪਰ ਸੀ ਐਕੁਅਸ, ਅਗਰ ਬ੍ਰੋਮੀਨ ਦੇ ਨਾਲ ਤੁਹਾਨੂੰ CS2 ਆ ਜਾਂਦਾ ਹੈ ਤਾਂ ਫਿਰ ਕੀ ਹੋਏਗਾ ਤੁਹਾਡੇ ਕੋਲ, ਦੈਟ ਇਜ਼ ਫਿਰ ਆ ਜਾਊਗਾ ਤੁਹਾਡੇ ਕੋਲ ਔਰ ਮਿਕਸਚਰ ਬਣੇਗਾ। ਇਹਦੀ ਪ੍ਰੈਜ਼ੈਂਸ ਦੇ ਵਿੱਚ ਕੀ ਬਣੂਗਾ, ਮਿਕਸਚਰ ਬਣੂਗਾ। ਇੱਕ ਔਰਥੋ ਪੋਜੀਸ਼ਨ ਤੇ Br ਲੱਗ ਜੂਗਾ, ਇੱਕ ਪੈਰਾ ਤੇ ਲੱਗ ਜੂ। ਇਹ ਵਾਲਾ ਪ੍ਰੋਡਕਟ ਜੇ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਨਾ ਇਸ ਦੇ ਵਿੱਚ, ਇਹਦੀ ਪਰਸੈਂਟੇਜ ਜ਼ਿਆਦਾ ਰਹੂਗੀ ਕਿਉਂਕਿ ਪੈਰਾ ਵਾਲਾ ਜਿਹੜਾ ਮੇਜਰ ਪ੍ਰੋਡਕਟ ਰਹੇਗਾ। ਓਕੇ ਜੀ, ਸੋ ਨੈਕਸਟ ਗੱਲ ਕਰਦੇ ਹਾਂ ਨਾਈਟ੍ਰੇਸ਼ਨ। ਠੀਕ ਹੈ, ਇਹ ਹੁੰਦੇ ਨੇ ਬ੍ਰੋਮੀਨੇਸ਼ਨ, ਨਾਈਟ੍ਰੇਸ਼ਨ, ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਦੇ ਵਿੱਚ ਹੀ ਜਿਹੜੀਆਂ ਨੇ ਰਿਐਕਸ਼ਨਸ ਪਾਈਆਂ ਜਾਂਦੀਆਂ ਨੇ। ਹੁਣ ਨਾਈਟ੍ਰੇਸ਼ਨ ਦੀ ਗੱਲ ਕਰੀਏ, ਜੇ ਆਪਾਂ ਨਾਈਟ੍ਰੇਸ਼ਨ ਦੇ ਵਿੱਚ ਕੀ ਐਡ ਕੀਤਾ ਜਾਂਦਾ ਹੈ, ਦੇਖੋ ਦਿਸ ਇਜ਼ ਫਿਨੋਲ, ਆਪਾਂ ਐਡ ਕਰਦੇ ਹੁੰਦੇ ਹਾਂ HNO3। ਓਕੇ, ਇਹਦੇ ਵਿੱਚੋਂ ਜਿਹੜਾ ਤੁਸੀਂ ਇਲੈਕਟ੍ਰੋਫਾਈਲ ਕੱਢ ਲਓ, ਇਲੈਕਟ੍ਰੋਫਾਈਲ ਕੀ ਹੋਏਗਾ, ਇੱਕ ਮਿਕਸਚਰ ਬਣੇਗਾ। ਇੱਕ ਕਿਹੜੀ ਪੋਜੀਸ਼ਨ ਤੇ ਲੱਗੂਗਾ, ਔਰਥੋ ਪੋਜੀਸ਼ਨ ਤੇ, ਦੂਸਰਾ ਕਿਹੜੀ ਪੋਜੀਸ਼ਨ ਤੇ ਲੱਗੂਗਾ, ਪੈਰਾ ਪੋਜੀਸ਼ਨ ਤੇ। ਕੌਣ, NO2। ਠੀਕ ਹੈ ਨਾ। ਕਿਹੜੇ ਕਿਹੜੇ ਪ੍ਰੋਡਕਟਸ ਬਣਦੇ ਨੇ ਬਹੁਤ ਇੰਪੋਰਟੈਂਟ ਹੈ। ਦੇਖੋ ਇਹ ਬਣ ਗਿਆ ਔਰਥੋ ਨਾਈਟ੍ਰੋਫਿਨੋਲ ਜੋ ਕਿ ਸਟੀਮ ਵੋਲੇਟਾਈਲ ਹੁੰਦਾ ਹੈ। ਸਪੋਜ਼ ਦੇਖੋ ਇਹ ਦੋਨੋਂ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਇਹਨਾਂ ਦੋਨਾਂ ਨੂੰ, ਇਹ ਕੀ ਹੁੰਦਾ ਸਟੀਮ ਸਪੋਜ਼ ਇਹ ਮਿਕਸਚਰ ਬਣਦਾ, ਤੁਸੀਂ ਇਹਨਾਂ ਨੂੰ ਸੈਪਰੇਟ ਕਰਨਾ ਚਾਹੁੰਦੇ ਹੋ ਤਾਂ ਸੈਪਰੇਟ ਇਹਨਾਂ ਨੂੰ ਸਟੀਮ ਡਿਸਟੀਲੇਸ਼ਨ ਨਾਲ ਕੀਤਾ ਜਾਂਦਾ ਹੈ। ਸਟੀਮ ਡਿਸਟੀਲੇਸ਼ਨ ਇੱਕ ਪ੍ਰੋਸੈਸ ਹੈ ਜੋ ਸੈਪਰੇਟ ਕਰਦਾ ਮਿਕਸਚਰਸ ਨੂੰ। ਓਕੇ, ਤਾਂ ਇਹ ਸਟੀਮ ਵੋਲੇਟਾਈਲ ਹੁੰਦਾ ਬਟ ਇਹ ਲੈਸ ਵੋਲੇਟਾਈਲ ਹੁੰਦਾ। ਓਕੇ, ਕੌਣ ਹੁੰਦਾ ਸਟੀਮ ਵੋਲੇਟਾਈਲ, ਯਾਦ ਰੱਖਣਾ ਹੈ ਔਰਥੋ ਨਾਈਟ੍ਰੋਫਿਨੋਲ। ਪੈਰਾ ਨਾਈਟ੍ਰੋਫਿਨੋਲ ਜਿਹੜਾ ਹੁੰਦਾ ਉਹ ਲੈਸ ਵੋਲੇਟਾਈਲ ਹੁੰਦਾ। ਓਕੇ, ਸੋ ਜਿਹੜਾ ਇਹ ਪ੍ਰੋਡਕਟ ਬਣਦਾ ਨਾ, ਜਿਹੜਾ ਜਿਸਨੂੰ ਅਸੀਂ ਔਰਥੋ ਕਹਿ ਰਹੇ ਹਾਂ, ਇਹ ਕੀ ਹੋਏਗਾ, ਔਰਥੋ ਵਾਲਾ ਜਿਹੜਾ ਪ੍ਰੋਡਕਟ ਹੈ ਇਹਦੇ ਵਿੱਚ ਜਿਹੜੀ ਬੌਂਡਿੰਗ ਹੁੰਦੀ ਆ ਉਹ ਵੀ ਤੁਸੀਂ ਯਾਦ ਰੱਖਣੀ ਹੈ। ਪੇਪਰ 'ਚ ਇਹ ਵੀ ਆ ਸਕਦਾ ਕਿ ਜਿਹੜਾ ਔਰਥੋ ਨਾਈਟ੍ਰੋਫਿਨੋਲ ਹੈ ਉਹਦੇ ਵਿੱਚ ਕਿਹੜੀ ਬੌਂਡਿੰਗ ਹੁੰਦੀ ਆ। ਬੌਂਡਿੰਗ ਇਹਦੇ ਵਿੱਚ ਹੁੰਦੀ ਹੈ ਜੀ H ਬੌਂਡਿੰਗ ਹੁੰਦੀ ਹੈ, ਬਟ ਕਿਹੜੀ, ਇੰਟਰਾ। ਠੀਕ ਹੈ ਨਾ, ਇੰਟਰਾ ਮਤਲਬ ਇਹਦਾ ਜਿਹੜਾ ਬੌਂਡ ਹੈ ਤੇ ਇਹ ਵਾਲਾ ਮਤਲਬ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਬਣਦੀ ਆ। ਠੀਕ ਹੈ ਨਾ, ਜਿਹੜੀ ਆਪਸ ਦੇ ਵਿੱਚ ਬਣਦੀ ਆ ਦੈਟ ਇਜ਼ ਇੰਟਰਾ। ਤੇ ਜੇਕਰ ਮੈਂ ਇਸ ਦੀ ਗੱਲ ਕਰਾਂ, ਇਹਦੇ ਵਿੱਚ ਪੈਰਾ ਨਾਈਟ੍ਰੋਫਿਨੋਲ ਹੈ, ਇਹਦੇ ਵਿੱਚ ਇੰਟਰ ਮੋਲੀਕਿਊਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਦੈਟ ਇਜ਼ ਵਿਚ ਇਜ਼ ਸਟਰੋਂਗਰ। ਠੀਕ ਹੈ, ਸੋ ਇਹਦੇ ਵਿੱਚ ਜਿਹੜੀ ਹੈ ਬੌਂਡਿੰਗ ਕਾਫੀ ਜ਼ਿਆਦਾ ਸਟਰੋਂਗਰ ਹੁੰਦੀ ਆ ਇਹਦੇ ਕੰਪੈਰੀਜ਼ਨ ਦੇ ਵਿੱਚ। ਓਕੇ, ਨਾਟ ਸਟੀਮ ਵੋਲੇਟਾਈਲ। ਇਹ 2-3 ਪੁਆਇੰਟਸ ਜਿਹੜੇ ਨੇ ਤੁਸੀਂ ਯਾਦ ਰੱਖਣੇ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਹੀ ਹੈਗਾ ਕਿ ਅਗਰ ਅਸੀਂ ਉੱਪਰ ਜਿਹੜਾ ਅਸੀਂ HNO3 ਲਿਆ ਸੀ ਉਹ ਉਹ ਡਾਇਲਿਊਟ ਸੀਗਾ।
बट हुण जेकर असीं कंसनट्रेटर लैना होवे तां की होएगा, ये है फिनोल, ਇਹਦੇ ਵਿੱਚ ਅਸੀਂ ਕੰਸਨਟ੍ਰੇਟਰਸ ਲੈ ਰਹੇ ਹਾਂ, ਨਿਟ੍ਰਿਕ ਐਸਿਡ ਕਹਿੰਦੇ ਨੇ ਇਹਨੂੰ, ਤੇ ਸਲਫਿਊਰਿਕ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ। ਤਾਂ ਹੋਏਗਾ ਕੀ ਹੋਏਗਾ ਐਕਚੁਅਲੀ, ਤਾਂ ਬਣੇਗਾ ਦੈਟ ਇਜ਼ NO2 NO2 ਐਂਡ NO2। ਓਕੇ, ਇੱਥੇ ਡਬਲ ਬੌਂਡ ਪੈ ਗਿਆ, ਇੱਥੇ ਸਿੰਗਲ ਬੌਂਡ ਪਾ ਲਿਓ। ਓਕੇ, ਤਾਂ ਦੈਟ ਮੀਨ ਟ੍ਰਿਪਲ ਜਿਹੜੇ ਨੇ 2 4 6 ਟਰਾਈ ਨਾਈਟ੍ਰੋਫਿਨੋਲ। ਓਕੇ, ਸੋ ਕੀ ਪ੍ਰੋਡਕਟ ਬਣਦਾ, ਪਿਕਰਿਕ ਐਸਿਡ ਕਹਿੰਦੇ ਨੇ। ਐਗਜ਼ਾਮ ਦੇ ਵਿੱਚ ਇਹ ਵੀ ਤੁਹਾਨੂੰ ਦਿੱਤਾ ਹੋ ਸਕਦਾ ਹੈ, ਇੱਥੇ ਸਿੰਗਲ ਬੌਂਡ। ਓਕੇ, ਇਹ ਵੀ ਦਿੱਤਾ ਹੋ ਸਕਦਾ ਤੁਹਾਨੂੰ, ਤੇ ਪੁੱਛਿਆ ਜਾ ਸਕਦਾ ਵੀ ਇਸ ਜੋ ਹੈ ਮੇਨ ਪ੍ਰੋਡਕਟ ਦਾ ਨਾਮ ਦੱਸੋ, ਤਾਂ ਪਿਕਰਿਕ ਐਸਿਡ ਕਹਿੰਦੇ ਨੇ ਇਹਨਾਂ ਨੂੰ। ਠੀਕ ਹੈ ਜੀ। ਨੈਕਸਟ ਦੇਖੋ ਨਾਈਟ੍ਰੋਸੇਸ਼ਨ। ਨਾਈਟ੍ਰੋਸੇਸ਼ਨ ਦੇ ਵਿੱਚ ਅਸੀਂ ਫਿਨੋਲ ਦੇ ਵਿੱਚ ਕੀ ਐਡ ਕਰਨਾ ਹੁੰਦਾ ਹੈ, ਨਾਈਟ੍ਰੋਸੇਸ਼ਨ ਦੇ ਵਿੱਚ ਐਡ ਕਰਨਾ ਹੁੰਦਾ ਹੈ HNO2, ਜਾਂ ਫਿਰ ਤੁਸੀਂ ਇਹਨੂੰ ਇਹ ਵੀ ਲਿਖ ਸਕਦੇ ਹੋ HONO। ਠੀਕ ਹੈ, HONO ਵੀ ਇਹਦਾ ਹੀ ਨਾਮ ਹੈ। ਨਾਈਟ੍ਰੋਸੇਸ਼ਨ ਦੇ ਵਿੱਚ ਕੀ ਹੁੰਦਾ ਹੈ, NO ਜਿਹੜਾ ਹੈ ਇਹਦੇ ਵਿੱਚ ਜਦੋਂ ਇਹਨੂੰ ਐਡ ਕਰੋਗੇ, ਇਹਦੇ ਵਿੱਚੋਂ ਜਿਹੜਾ NO ਪੋਰਸ਼ਨ ਹੈ ਉਹ ਕੱਢ ਲਓ। ਠੀਕ ਹੈ, ਤੇ ਉਹ ਜਿਹੜਾ ਹੈ ਪੈਰਾ ਪੋਜੀਸ਼ਨ ਤੇ ਆ ਕੇ ਲੱਗ ਜਾਂਦਾ ਹੈ। ਠੀਕ ਹੈ, ਪੈਰਾ ਪੋਜੀਸ਼ਨ ਤੇ ਲੱਗੂਗਾ, ਤੇ ਉਸਦੇ ਵਿੱਚ ਜਦੋਂ ਤੁਸੀਂ ਇਹਦੀ ਆਕਸੀਡੇਸ਼ਨ ਕਰਨੀ ਹੈ, ਆਕਸੀਡੇਸ਼ਨ ਕਰਨ ਵਾਸਤੇ ਤੁਸੀਂ ਡਾਈਲਿਊਟ ਨਿਟ੍ਰਿਕ ਐਸਿਡ ਐਡ ਕਰ ਸਕਦੇ ਹੋ। ਤੇ ਜਦੋਂ ਆਕਸੀਡੇਸ਼ਨ ਕਰਦੇ ਆ ਤਾਂ ਜਿਹੜਾ NO ਹੈ ਉਹ ਕਾਹਦੇ 'ਚ ਕਨਵਰਟ ਹੋ ਜਾਂਦਾ ਹੈ, NO2 ਦੇ ਵਿੱਚ। ਠੀਕ ਹੈ ਜੀ, NO2 ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੋ ਨਾਈਟ੍ਰੋਸੇਸ਼ਨ ਦੇ ਵਿੱਚ ਫਿਨੋਲ ਜਿਹੜਾ ਹੈ ਇਸ ਪ੍ਰੋਡਕਟ ਦੇ ਵਿੱਚ ਕਨਵਰਟ ਹੁੰਦਾ ਹੈ। ਸਾਰੀਆਂ ਰਿਐਕਸ਼ਨਸ ਤੁਸੀਂ ਲਰਨ ਕਰਨੀਆਂ ਨੇ, ਤੇ ਸਪੈਕਟਰੋਸਕੋਪੀ NMR ਦਾ ਜਿੱਦਾਂ ਟੈਸਟ ਹੋਇਆ ਸੀ ਇਹਦਾ ਵੀ ਟੈਸਟ ਹੋਏਗਾ, ਲਾਈਵ ਹੀ ਹੋਏਗਾ, ਤਾਂ ਉਹ ਤੁਸੀਂ ਟੈਸਟ ਜਿਹੜਾ ਹੈ ਪ੍ਰਪੇਅਰ ਕਰਨਾ। ਸਾਰੀਆਂ ਰਿਐਕਸ਼ਨਸ ਆਪਣੀਆਂ ਲਰਨ ਕਰ ਲਿਓ। ਓਕੇ ਜੀ। ਸੋ ਸਲਫੋਨੇਸ਼ਨ ਦੇ ਵਿੱਚ ਕੀ ਹੁੰਦਾ, ਦੇਖੋ ਇਹਦੇ ਵਿੱਚ ਵੀ ਤੁਸੀਂ ਫਿਨੋਲ ਲਿਆ, ਸਲਫਿਊਰਿਕ ਐਸਿਡ। ਠੀਕ ਹੈ, ਫਿਨੋਲ ਦੇ ਵਿੱਚ ਤੁਸੀਂ ਸਲਫਿਊਰਿਕ ਐਸਿਡ ਐਡ ਕੀਤਾ ਤਾਂ ਕੀ ਬਣੂਗਾ, ਦੋ ਕੇਸ ਹੋ ਸਕਦੇ ਨੇ, ਜਾਂ ਤਾਂ ਤੁਸੀਂ ਲੋ ਟੈਂਪਰੇਚਰ ਤੇ ਐਡ ਕਰ ਰਹੇ ਹੋ, ਜਾਂ ਤੁਸੀਂ ਉਸ ਤੋਂ ਹਾਇਰ ਟੈਂਪਰੇਚਰ ਤੇ ਕਰ ਰਹੇ ਹੋ। ਜੇ ਤੁਸੀਂ ਲੋਅਰ ਟੈਂਪਰੇਚਰ ਤੇ ਕਰ ਰਹੇ ਹੋ ਤਾਂ ਔਰਥੋ ਤੇ ਪੋਜੀਸ਼ਨ ਲੱਗੇਗਾ, ਜੋ ਵੀ ਇਲੈਕਟ੍ਰੋਫਾਈਲ ਹੈ, ਕਿਹੜਾ ਹੋਏਗਾ ਇਲੈਕਟ੍ਰੋਫਾਈਲ, ਦੈਟ ਇਜ਼ SO3H। ਫਿਰ ਤਾਂ ਇਹ ਲੱਗੂਗਾ ਔਰਥੋ ਪੋਜੀਸ਼ਨ ਤੇ। ਜੇ ਤੁਸੀਂ ਥੋੜਾ ਟੈਂਪਰੇਚਰ ਹਾਈ ਰੱਖ ਰਹੇ ਹੋ ਤਾਂ ਲੱਗੂਗਾ ਪੈਰਾ ਪੋਜੀਸ਼ਨ ਤੇ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। 15th ਜਿਹੜੀ ਰਿਐਕਸ਼ਨ ਹੈ ਦੈਟ ਇਜ਼ ਫਰੀਡਲ ਕਰਾਫਟ ਐਲਕਾਈਲੇਸ਼ਨ ਰਿਐਕਸ਼ਨ। ਇਹ ਪਹਿਲਾਂ ਵੀ ਰਿਪੀਟ ਹੋਈ ਹੈ, ਹੈਲੋਲਕੇਨ ਹੈਲੋਰੀਨ ਦੇ ਵਿੱਚ ਵੀ ਆਈ ਸੀਗੀ, ਬਟ ਹੁਣ ਫਿਨੋਲ ਦੇ ਵਿੱਚ ਵੀ ਦੇਖਦੇ ਹਾਂ। ਫਰੀਡਲ ਕਰਾਫਟ ਐਲਕਾਈਲੇਸ਼ਨ ਰਿਐਕਸ਼ਨ 'ਚ ਕੀ ਹੁੰਦਾ, ਤੁਸੀਂ ਕੀ ਐਡ ਕਰਨਾ ਹੁੰਦਾ ਫਿਨੋਲ ਦੇ ਵਿੱਚ, CH3Cl ਐਡ ਕਰਨਾ ਇਨ ਦੀ ਪ੍ਰੈਜ਼ੈਂਸ ਆਫ AlCl3। ਹੁੰਦਾ ਕੀ ਹੈ, ਇਹਦੇ ਵਿੱਚ ਕੀ ਹੁੰਦਾ, ਫਰੀਡਲ ਕਰਾਫਟ ਦੇ ਵਿੱਚ CH3 ਗਰੁੱਪ ਲੱਗਦਾ ਹੁੰਦਾ, ਇੱਕ ਪੈਰਾ ਤੇ ਇੱਕ ਲੱਗਦਾ ਔਰਥੋ ਤੇ। ਓਕੇ ਜੀ, ਜਦੋਂ ਔਰਥੋ ਤੇ ਲੱਗਦਾ ਉਸ ਪ੍ਰੋਡਕਟ ਦਾ ਨਾਮ ਹੁੰਦਾ ਔਰਥੋਕ੍ਰਿਸੋਲ, ਜਦੋਂ ਪੈਰਾ ਤੇ ਲੱਗਦਾ ਉਹਨੂੰ ਕਹਿੰਦੇ ਨੇ ਪੈਰਾਕ੍ਰਿਸੋਲ। ਠੀਕ ਹੈ, ਇਹਨਾਂ ਦੇ ਪ੍ਰੋਡਕਟਸ ਨਾਮ ਯਾਦ ਕਰ ਲਿਓ, ਕਿਉਂਕਿ ਜਿਹੜੀ ਨੇਮਿੰਗ ਰਿਐਕਸ਼ਨ ਹੈ ਉਹ ਇੰਪੋਰਟੈਂਟ ਹੁੰਦੀ ਹੈ, ਸੋ ਇਹਨੂੰ ਤੁਸੀਂ ਲਰਨ ਕਰ ਲਿਓ ਚੰਗੀ ਤਰ੍ਹਾਂ। ਸੋ ਇਹਦੇ ਵਿੱਚ ਕੀ ਹੈ, ਕਿਉਂਕਿ ਇਹਦੇ ਵਿੱਚ ਐਡ ਵੀ ਤਾਂ ਦੇਖੋ CH3, ਇਹੀ CH3 ਹੈ ਜਿਹੜਾ, ਠੀਕ ਹੈ ਨਾ, ਇਹੀ ਕਿੱਥੇ ਲੱਗ ਜਾਂਦਾ, ਇੱਕ ਪੈਰਾ ਪੋਜੀਸ਼ਨ ਤੇ ਲੱਗ ਜਾਂਦਾ। ਕ੍ਰਿਸੋਲ ਜਿਹੜੇ ਨੇ ਉਹ ਇਹਦੇ ਮੇਨ ਪ੍ਰੋਡਕਟਸ ਹੁੰਦੇ ਨੇ। ਨੈਕਸਟ ਹੈ ਕੋਲਬਸ ਰਿਐਕਸ਼ਨ। ਠੀਕ ਹੈ, ਕੋਲਬਸ ਰਿਐਕਸ਼ਨ ਵੀ ਤੁਸੀਂ +2 ਦੇ ਵਿੱਚ ਪੜ੍ਹੀ ਹੋਣੀ ਆ, ਜੋ ਕਿ ਬਹੁਤ ਇੰਪੋਰਟੈਂਟ ਸੀਗੀ। ਦੇਖੋ ਰਿਐਕਸ਼ਨ ਜਿਹੜੀਆਂ ਨੇ ਇਹਨਾਂ ਦੇ ਤੁਹਾਨੂੰ ਮੈਕਾਨਿਜ਼ਮ ਵੀ ਨੇ। ਓਕੇ, ਮਤਲਬ ਆਈ ਮੀਨ ਟੂ ਸੇ ਕਿ +2 ਦੇ ਵਿੱਚ ਮੈਕਾਨਿਜ਼ਮ ਹੁੰਦੇ ਸੀਗੇ, ਤਾਂ ਉੱਥੇ ਕੀ ਹੁੰਦਾ ਸੀ, ਅਸੀਂ ਮੈਕਾਨਿਜ਼ਮ ਕਰਦੇ ਸੀ, ਬਟ ਅਸੀਂ ਐਗਜ਼ਾਮ ਦੇ ਲਈ, ਆਪਣੇ ਐਗਜ਼ਾਮ ਦੇ ਲਈ ਮੈਕਾਨਿਜ਼ਮ ਦੀ ਸਾਨੂੰ ਲੋੜ ਨਹੀਂ ਹੈ। ਠੀਕ ਹੈ, ਮੇਨ ਸਾਨੂੰ ਪ੍ਰੋਡਕਟ ਪਤਾ ਹੋਣਾ ਚਾਹੀਦਾ, ਰਿਐਕਟੈਂਟ ਤੇ ਕਿਹੜੇ ਕਿਹੜੇ ਰੀਏਜੈਂਟਸ ਵਿੱਚ ਐਡ ਹੋ ਰਹੇ ਨੇ ਉਹ ਪਤਾ ਹੋਣਾ ਚਾਹੀਦਾ, ਤੇ ਕੌਣ ਕਿਹਨੂੰ ਕਿਹਦੇ 'ਚ ਕਨਵਰਟ ਕਰ ਰਿਹਾ ਉਹ ਪਤਾ ਹੋਣਾ ਚਾਹੀਦਾ। ਐਗਜ਼ਾਮ 'ਚ ਪੁੱਛਿਆ ਜਾ ਸਕਦਾ ਕਿ ਕੋਬਸ ਰਿਐਕਸ਼ਨ ਜਿਹੜੀ ਹੁੰਦੀ ਹੈ ਉਹ ਕਿਹਨੂੰ ਕਿਹਦੇ 'ਚ ਕਨਵਰਟ ਕਰਦੀ ਹੈ, ਫਿਨੋਲ ਨੂੰ ਕਨਵਰਟ ਕਰਦੀ ਹੈ ਸੈਲਿਸਿਲਿਕ ਐਸਿਡ। ਦੱਸਿਆ ਸੀ ਨਾ ਫਾਰਮੂਲਾ ਸੈਲਿਸਿਲਿਕ ਐਸਿਡ ਦਾ, ਇਹ ਸੈਲਿਸਿਲਿਕ ਐਸਿਡ ਹੁੰਦਾ ਹੈ, ਯਾਦ ਰੱਖ ਲਓ। ਠੀਕ ਹੈ ਨਾ, ਉੱਪਰ OH ਪੈਰਾ ਪੋਜੀਸ਼ਨ ਔਰਥੋ ਪੋਜੀਸ਼ਨ ਤੇ COOH। ਹੁਣ ਹੁੰਦਾ ਕੀ ਹੈ, ਇਹਦੇ ਵਿੱਚ ਤੁਸੀਂ ਕੀ ਕਰਨਾ, ਜਿਹੜਾ ਇਹ ਵਾਲਾ ਪਾਰਟ ਆਇਆ ਹੋਇਆ ਨਾ ONA, ਇਹ ਮੀਨਸ ਫਿਨੋਲ ਤੋਂ ਹੀ ਆਇਆ ਹੋਇਆ, ਜੋ ਮੈਂ ਤੁਹਾਨੂੰ ਵੈਰੀ ਫਸਟ ਰਿਐਕਸ਼ਨ ਕਰਵਾਈ ਸੀ ਨਾ ਸਟਾਰਟਿੰਗ ਦੇ ਵਿੱਚ ਵੀਡੀਓ ਦੇ, ਉਹੀ। ਠੀਕ ਹੈ ਨਾ, ਉੱਥੋਂ ਇਹ ਆਇਆ ਫਿਨੋਕਸਾਈਡ, ਤੇ ਇਹਦੇ ਵਿੱਚ ਕੀ ਐਡ ਕੀਤਾ ਸੀ, CO2 ਐਡ ਕੀਤਾ। CO2 ਐਡ ਕਰਨ ਤੋਂ ਬਾਅਦ ਕੀ ਹੁੰਦਾ, ਜਿਹੜਾ ਇਹ COO ਹੈ ਹਨਾ, ਮਤਲਬ CO2 ਹੈ, ਇਹ ਤੁਸੀਂ ਇਹਦੇ ਇੱਥੇ ਜਿਹੜਾ ਸੈਂਟਰ 'ਚ ਐਡ ਕਰ ਦੇਣਾ। ਦੇਖੋ ਐਡ ਹੋ ਗਿਆ। ਰੀਅਰੇਂਜਮੈਂਟ ਕਰਦੇ ਹਾਂ, ਰੀਅਰੇਂਜਮੈਂਟ ਕਰਨ ਨਾਲ ਕੀ ਹੁੰਦਾ ਹੈ, ਜਿਹੜੀ ਇਹ ਵਾਲੀ ਪੋਜੀਸ਼ਨ, ਰੀਅਰੇਂਜਮੈਂਟ ਦਾ ਹੁੰਦਾ ਮਤਲਬ ਐਕਸਚੇਂਜ ਕਰ ਲੈਣਾ। ਠੀਕ ਹੈ ਨਾ, ਜਿਹੜਾ ਇੱਥੇ H ਹੈਗਾ ਉਹ ਇੱਥੇ ਚਲਾ ਜਾਣਾ, ਤੇ ਇਹ ਵਾਲੀ ਪੋਜੀਸ਼ਨ ਇੱਥੇ ਆ ਜਾਣੀ, ਐਕਸਚੇਂਜਿਸ ਕਰ ਲਈਆਂ। ਠੀਕ ਹੈ, ਐਕਸਚੇਂਜ ਹੋ ਗਿਆ।
ਹੋਇਆ ਕੀ ਤੇ ਹੁਣ ਸਾਨੂੰ ਇੱਥੋਂ ਸੈਪਰੇਟ ਕਰਨਾ ਇਹਨੂੰ ਤਾਂ ਓਬਵੀਅਸਲੀ ਮੈਂ ਦੱਸਿਆ ਹੋਇਆ ਕਿੰਨੀ ਵਾਰੀ ਕਿ ਜਦੋਂ ਸਾਨੂੰ H ਚਾਹੀਦਾ ਹੁੰਦਾ ਹੈ ਇਸ ਪੋਜੀਸ਼ਨ 'ਤੇ ਤਾਂ ਅਸੀਂ ਹਾਈਡਰੋਲਿਸਿਸ ਕਰ ਦਿੰਦੇ ਹੁੰਦੇ ਹਾਂ। ਹਾਈਡਰੋਲਿਸਿਸ ਕਰਕੇ ਜਿਹੜਾ ਇੱਥੋਂ ਬੌਂਡ ਬ੍ਰੇਕ ਹੋ ਜਾਂਦਾ ਤੇ N ਜਿਹੜਾ ਹੈ ਉਹ ਇੱਥੋਂ ਆਊਟ ਹੋ ਜਾਊਗਾ, ਇੱਥੇ ਕੀ ਆ ਜਾਊਗਾ H, ਤੇ ਸਾਨੂੰ ਇਹੀ ਤਾਂ ਚਾਹੀਦਾ ਸੀ ਸੈਲਿਸਿਲਿਕ ਐਸਿਡ। ਠੀਕ ਹੈ, ਯਾਦ ਹੋਗੀ ਰਿਐਕਸ਼ਨ। ਕੋਬਸ ਰਿਐਕਸ਼ਨ ਦਾ ਕੰਮ ਕੀ ਹੈ, ਫਿਨੋਲ ਨੂੰ ਕਾਹਦੇ 'ਚ ਕਨਵਰਟ ਕਰਨਾ, ਸੈਲਿਸਿਲਿਕ ਐਸਿਡ ਦੇ ਵਿੱਚ। ਨੈਕਸਟ ਦੇਖੋ ਰਿਐਕਸ਼ਨਸ ਵਿਦ ਸੈਲਿਸਿਲਿਕ ਐਸਿਡਸ। ਹੁਣ ਇਹੀ ਆਪਾਂ ਨੇ ਪ੍ਰੋਡਕਟ ਉੱਪਰ ਬਣਾਇਆ, ਇਹਦੇ ਫਰਦਰ ਜਿਹੜੇ ਨੇ ਆਪਾਂ 3 ਪਾਰਟ ਜਿਹੜੇ ਨੇ ਡਿਸਕਸ ਕਰ ਲੈਂਦੇ ਆ ਕਿ ਕਿਹਦੇ ਵਿੱਚ ਜਿਵੇਂ ਹੁਣ ਸੈਲਿਸਿਲਿਕ ਐਸਿਡ ਤੁਹਾਨੂੰ ਆ ਗਿਆ, ਠੀਕ ਹੈ, ਇਹ ਦੋਨੋਂ ਰਿਐਕਟੈਂਟਸ ਆ ਗਏ, ਉੱਥੇ ਕੁਐਸਚਨ ਮਾਰਕ ਪਾ ਲਿਆ, ਤਾਂ ਇਹਦੇ ਨਾਲ ਕੀ ਹੋਏਗਾ, ਤੁਹਾਨੂੰ ਮੇਨ ਰਿਐਕਸ਼ਨ ਲਰਨ ਕਰਨੀ ਹੈ ਤੁਸੀਂ ਕਿ ਕਿੱਦਾਂ ਕਿੱਦਾਂ ਫਾਰਮੇਸ਼ਨ ਹੁੰਦੀ ਹੈ। ਜਿਹੜਾ ਸੈਲਿਸਿਲਿਕ ਐਸਿਡ ਹੈ, ਜੇਕਰ ਇਹ ਐਸਿਡ ਐਨਹਾਈਡਰਾਈਡ ਨਾਲ ਜਾਂ ਐਸਿਟਿਕ ਐਨਹਾਈਡਰਾਈਡ ਨਾਲ ਰਿਐਕਟ ਕਰੂਗਾ ਤਾਂ ਇਹ ਕਿਹਦੀ ਫਾਰਮੇਸ਼ਨ ਕਰਦਾ ਹੈ, ਐਸਪਰਿਨ ਦੀ। ਠੀਕ ਹੈ ਨਾ, ਕਿਹਦੀ ਫਾਰਮੇਸ਼ਨ ਕਰਦਾ ਹੈ, ਐਸਪਰਿਨ ਦੀ ਫਾਰਮੇਸ਼ਨ ਕਰਦਾ ਹੈ। ਤੁਸੀਂ ਇਹਨੂੰ ਡਾਇਰੈਕਟ ਲਰਨ ਕਰ ਲਓ। ਤੇ ਫਿਰ ਕੀ ਹੈ, ਫਿਨੋਲ ਵਿਦ ਫਿਨੋਲ, ਮਤਲਬ ਦੇਖੋ ਸੈਲਿਸਿਲਿਕ ਐਸਿਡ ਜਦੋਂ ਫਿਨੋਲ ਨਾਲ ਰਿਐਕਟ ਕਰਦਾ ਹੈ, ਫਿਨੋਲ ਹੀ ਓਕੇ, ਇਹ ਬੈਂਜ਼ੀਨ ਦੀ ਫਾਰਮ 'ਚ ਨਹੀਂ ਬਣਾਇਆ, C6H5OH ਲਿਖਤਾ, ਤਾਂ ਇਹਦੇ ਨਾਲ ਕੀ ਹੋਏਗਾ, ਇਹਦੇ ਨਾਲ ਫਾਰਮੇਸ਼ਨ ਹੁੰਦੀ ਹੈ ਸੈਲੌਲ ਦੀ। ਕਾਹਦੀ ਫਾਰਮੇਸ਼ਨ ਹੁੰਦੀ ਹੈ, ਇਹਨੂੰ ਕਹਿੰਦੇ ਨੇ ਸੈਲੌਲ। ਓਕੇ, ਇੱਥੋਂ OH ਸੇਮ ਹੈ, ਇੱਥੋਂ ਆਹ ਵਾਲਾ ਬੌਂਡ ਹੈ ਬਸ ਜਿਹੜਾ ਇੱਥੋਂ ਇਹ ਬ੍ਰੇਕ ਕਰਕੇ ਜਿਹੜਾ C6H5 ਹੈ ਇਹ ਇਹਦੀ ਪਲੇਸ ਤੇ ਲੱਗ ਜੂਗਾ, ਇਹਨੂੰ ਕਹਿੰਦੇ ਨੇ ਸੈਲੌਲ। ਓਕੇ, ਵਿਦ ਮਿਥਾਈਲ ਅਲਕੋਹਲ ਦੇਖ ਲੈਂਦੇ ਹਾਂ ਕਿ ਜੇਕਰ ਸਾਡੇ ਕੋਲ ਸੈਲਿਸਿਲਿਕ ਐਸਿਡ ਹੈ, ਅਸੀਂ ਇਹਦੇ ਵਿੱਚ ਕੀ ਐਡ ਕਰ ਰਹੇ ਹਾਂ, CH3OH, ਤਾਂ ਕੀ ਬਣਦਾ, ਦੈਟ ਇਜ਼ ਮਿਥਾਈਲ, ਇਹਨੂੰ ਕੀ ਕਹਿੰਦੇ ਨੇ, ਮਿਥਾਈਲ ਸੈਲਿਸਿਲਿਕ। ਸੋ ਇਹ ਕਾਹਦੀ ਫਾਰਮੇਸ਼ਨ ਹੋ ਗਈ, ਮਿਥਾਈਲ ਸੈਲਿਸਿਲਿਕ। ਓਕੇ, ਮਿਥਾਈਲ ਸੈਲਿਸਿਲਿਕ ਦੀ ਫਾਰਮੇਸ਼ਨ ਹੋ ਗਈ। 17th ਕੁਐਸਚਨ ਦੇਖੋ ਜਾਂ ਰਿਐਕਸ਼ਨ ਦੇਖੋ, ਇਹਦੇ ਵਿੱਚ ਕੀ ਹੈ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਰਿਐਕਸ਼ਨ, ਰੀਮਨ ਟੀਮਨ ਰਿਐਕਸ਼ਨ। ਠੀਕ ਹੈ, ਰੀਮਰ ਟੀਮਨ ਰਿਐਕਸ਼ਨ। ਰੀਮਰ ਟੀਮਨ ਰਿਐਕਸ਼ਨ ਦਾ ਕੰਮ ਕੀ ਹੁੰਦਾ ਹੈ, ਇਹਦਾ ਕੰਮ ਹੈ ਕਿ ਇਹਨੇ ਫਿਨੋਲ ਨੂੰ ਕਨਵਰਟ ਕਰਨਾ ਹੁੰਦਾ ਹੈ ਕਾਹਦੇ ਵਿੱਚ, ਸੈਲਿਸੈਲਡੇਹਾਈਡ। ਠੀਕ ਹੈ ਨਾ, ਕੋਲਸ ਰਿਐਕਸ਼ਨ ਦੇ ਵਿੱਚ ਕੀ ਸੀਗਾ, ਫਿਨੋਲ ਨੂੰ ਕਾਹਦੇ 'ਚ ਕਨਵਰਟ ਕਰਨਾ, ਸੈਲਿਸਿਲਿਕ ਐਸਿਡ, ਇੱਥੇ ਕੀ ਹੈ, ਸੈਲਿਸੈਲਡੇਹਾਈਡ। ਮੀਨਸ ਦੋਨੋਂ ਹੀ ਥੋੜ੍ਹੀਆਂ ਜਿਹੀਆਂ ਸੈਲਿਸਿਲਿਕ ਦੇ ਨਾਲ ਲਿੰਕ ਦੇ ਵਿੱਚ ਨੇ। ਓਕੇ, ਸੋ ਇਹਦੇ ਵਿੱਚ ਕੀ ਹੈ, ਦੇਖੋ ਮੈਕਾਨਿਜ਼ਮ ਹੀ ਲਿਖਿਆ ਹੋਇਆ ਸਾਰਾ, ਬਟ ਤੁਸੀਂ ਮੈਕਾਨਿਜ਼ਮ ਨੂੰ ਲਰਨ ਨਹੀਂ ਕਰਨਾ। ਸਿੰਪਲੀ ਕੀ ਹੁੰਦਾ ਹੈ ਕਿ ਇਹਦਾ ਜਿਹੜਾ ਕਲੋਰੋਫਾਰਮ ਹੁੰਦੀ ਹੈ ਨਾ, ਕਲੋਰੋਫਾਰਮ ਤੋਂ ਅਸੀਂ ਕੀ ਤਿਆਰ ਕਰਦੇ ਹਾਂ, ਕਾਰਬਿਨਸ ਤਿਆਰ ਕਰਦੇ ਹਾਂ। ਠੀਕ ਹੈ, ਕਾਰਬਿਨਸ ਕੀ ਕਰਦੇ ਨੇ, ਕਾਰਬਿਨਸ ਦਾ ਕੰਮ ਹੁੰਦਾ ਹੈਗਾ ਜਿਹੜਾ ਇਹ ਫਿਨੋਲ ਅਸੀਂ ਲੈਂਦੇ ਹਾਂ, ਕਾਰਬਿਨਸ ਮਤਲਬ ਇਹਨਾਂ ਦੇ ਵਿੱਚ ਆਪਾਂ ਐਡ ਵਗੈਰਾ ਕਰਕੇ ਇਹਦਾ ਮੈਕਾਨਿਜ਼ਮ ਸਾਰਾ ਦਿਖਾ ਕੇ, ਠੀਕ ਹੈ ਨਾ, ਲਾਸਟ ਦੇ ਉੱਪਰ ਆ ਕੇ ਕੀ ਬਣ ਜਾਂਦਾ, ਸੈਲਿਸੈਲਡੇਹਾਈਡ ਬਣ ਜਾਂਦਾ ਹੈ। ਮੀਨਸ ਇਹ 'ਚ ਮੇਨ ਤੁਹਾਨੂੰ ਕਲੋਰੋਫਾਰਮ ਵੀ ਯਾਦ ਰੱਖਣਾ ਤੁਸੀਂ। ਠੀਕ ਹੈ, ਕਾਰਬਿਨਸ, ਇਹ ਸਾਰਾ ਮੈਕਾਨਿਜ਼ਮ ਹੈ ਇਹਦਾ ਕੰਪਲੀਟਲੀ। ਓਕੇ, ਇਹਨੂੰ ਆਰਾਮ ਨਾਲ ਤੁਸੀਂ ਪੜ੍ਹ ਲਿਓ, ਬਹੁਤ ਈਜ਼ੀ ਮੈਕਾਨਿਜ਼ਮ ਹੈ, ਇੱਕ ਵਾਰੀ ਪੜ੍ਹੋਗੇ ਤਾਂ ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ। ਠੀਕ ਹੈ, ਸੋ ਨੈਕਸਟ ਦੇਖੋ ਕਪਲਿੰਗ ਰਿਐਕਸ਼ਨ ਇਜ਼ ਆਲਸੋ ਵੈਰੀ ਇੰਪੋਰਟੈਂਟ। ਕਪਲਿੰਗ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ, ਤੁਸੀਂ ਕੀ ਕਰਨਾ ਹੁੰਦਾ ਹੈ, ਇਹਨੂੰ ਆ ਦੇਖੋ, ਇਹ ਲੈ ਲਿਆ ਤੁਸੀਂ, ਦੈਟ ਇਜ਼ N2A ਲਾਈਕ ਡਾਈਜ਼ੋਨੀਅਮ ਸਾਲਟ, ਹੈ ਨਾ, ਦਿਸ ਇਜ਼ ਡਾਈਜ਼ੋਨੀਅਮ ਸਾਲਟ। ਡਾਈਜ਼ੋਨੀਅਮ ਸਾਲਟ ਦੇ ਵਿੱਚ ਤੁਸੀਂ ਕੀ ਐਡ ਕੀਤਾ ਗਾ, ਦੈਟ ਇਜ਼ ਫਿਨੋਲ। ਠੀਕ ਹੈ, ਇਹ ਵੀ ਪੁੱਛਿਆ ਜਾ ਸਕਦਾ ਕਿ ਕਪਲਿੰਗ ਰਿਐਕਸ਼ਨ ਦੇ ਵਿੱਚ ਕਿਹੜਾ ਜਿਹੜਾ ਹੈ ਰਿਐਕਟੈਂਟ ਯੂਜ਼ ਕੀਤਾ ਜਾਂਦਾ ਹੈ ਅਲੋਂਗ ਵਿਦ ਦਾ ਫਿਨੋਲ, ਦੈਟ ਇਜ਼ ਡਾਈਜ਼ੋਨੀਅਮ ਸਾਲਟ। ਹੁੰਦਾ ਕੀ ਹੈ, ਫਿਨੋਲ ਦਾ H ਐਂਡ ਡਾਈਜ਼ੋਨੀਅਮ ਸਾਲਟ ਦਾ Cl ਦੋਨੋਂ ਕੀ ਹੁੰਦੇ ਨੇ, ਇੱਥੋਂ ਅਸੀਂ ਇਹਨਾਂ ਨੂੰ ਰਿਮੂਵ ਕਰ ਦੇਣਾ। ਓਕੇ, ਜਦੋਂ ਰਿਮੂਵ ਕਰਾਂਗੇ ਤਾਂ ਜਿਹੜਾ ਬਾਕੀ ਪੋਰਸ਼ਨ ਹੈਗਾ ਉਹ ਕੀ ਹੋ ਜਾਊਗਾ, ਐਡ ਹੋ ਜਾਊਗਾ, ਤੇ ਇਹ ਪੋਰਸ਼ਨ ਜਿਹੜਾ ਰਿਮੇਨਿੰਗ ਬਚਿਆ ਬਹੁਤ ਇੰਪੋਰਟੈਂਟ ਹੈ, ਇਹਨੂੰ ਕਹਿੰਦੇ ਨੇ ਐਜ਼ੋਡਾਈ। ਠੀਕ ਹੈ, ਐਜ਼ੋਡਾਈ ਇਹਦਾ ਨਾਮ ਹੈ, ਔਰੇਂਜ ਕਲਰ ਦੀ ਇਹ ਡਾਈ ਹੁੰਦੀ ਹੈ, ਤੇ ਇਹਦਾ ਜੇਕਰ ਨਾਮ ਯਾਦ ਕਰਨਾ ਹੈ ਦੈਟ ਇਜ਼ ਪੈਰਾ ਹਾਈਡਰੋਕਸੀ ਐਜ਼ੋਬੈਂਜ਼ੀਨ। ਓਕੇ, ਪੈਰਾ ਹਾਈਡਰੋਕਸੀ ਐਜ਼ੋਬੈਂਜ਼ੀਨ। ਸੋ ਨੈਕਸਟ ਤੇ ਆ ਜਾਓ 19 ਰਿਐਕਸ਼ਨ, ਦੈਟ ਇਜ਼ ਰਿਐਕਸ਼ਨ ਵਿਦ ਪੈਥੈਲਿਕ ਐਨਹਾਈਡਰਾਈਡ। ਹੁਣ ਪੈਥੈਲਿਕ ਐਨਹਾਈਡਰਾਈਡ ਕਿਹੜਾ ਹੁੰਦਾ, ਆ ਦੇਖ ਸਕਦੇ ਹੋ ਤੁਸੀਂ, ਇਹਦੇ ਵਿੱਚ ਇਹ ਬੜੀ ਇੰਟਰਸਟਿੰਗ ਰਿਐਕਸ਼ਨ ਹੈ, ਦਿਸ ਇਜ਼ ਯਰ ਪੈਥੈਲਿਕ ਐਨਹਾਈਡਰਾਈਡ। ਇਹਦੇ ਵਿੱਚ ਤੁਸੀਂ ਨਾ 2 ਫਿਨੋਲਸ ਐਡ ਕਰਨੇ ਹੁੰਦੇ ਆ, ਹਾਊ ਮੈਨੀ, 2 ਫਿਨੋਲਸ ਆਰ ਐਡਡ ਵਿਦ ਦਾ ਪੈਥੈਲਿਕ ਐਸਿਡ। ਔਰ ਕਰਨਾ ਕੀ ਹੁੰਦਾ, ਵਾਟਰ ਨੂੰ ਰਿਮੂਵ ਕਰਨਾ ਹੁੰਦਾ, ਵਿਦ ਕੰਸਨਟ੍ਰੇਟਡ ਸਲਫਿਊਰਿਕ ਐਸਿਡ ਤੁਸੀਂ ਐਡ ਕਰਨਾ ਹੁੰਦਾ। ਠੀਕ ਹੈ, ਤਾਂ ਕੀ ਹੋਏਗਾ, ਬਸ ਇਹਦੇ ਵਿੱਚ ਜਦੋਂ ਰਿਮੂਵਲ ਆਫ ਵਾਟਰ ਹੋ ਜਾਏਗੀ ਤਾਂ ਜਿਹੜਾ ਬਾਕੀ ਦਾ ਪੋਰਸ਼ਨ ਹੈ, ਠੀਕ ਹੈ, ਇਹ ਜਿਹੜੇ ਬੌਂਡ ਨੇ ਇਹਨਾਂ ਨਾਲ ਅਟੈਚ ਹੋ ਜਾਣਗੇ। ਆ ਤੁਸੀਂ ਮੇਨ ਪ੍ਰੋਡਕਟ ਵੀ ਦੇਖ ਸਕਦੇ ਹੋ। ਮੇਨ ਪ੍ਰੋਡਕਟ ਬਾਰੇ ਤੁਸੀਂ ਤਾਂ ਸੁਣਿਆ ਹੋਊਗਾ, ਦੈਟ ਇਜ਼ ਫਿਨੋਲਫੈਥੀਲੀਨ, ਹੈ ਨਾ। ਸੋ ਫਿਨੋਲਫੈਥੀਲੀਨ ਦਾ ਫਾਰਮੂਲਾ ਦੇਖ ਲਓ ਕਿੰਨਾ ਵਧੀਆ ਹੁੰਦਾ ਹੈਗਾ। ਠੀਕ ਹੈ ਨਾ, ਤਾਂ ਦੈਟ ਮੀਨ ਫਿਨੋਲਫੈਥੀਲੀਨ ਇੱਕ ਇੰਡੀਕੇਟਰ ਦੀ ਤਰ੍ਹਾਂ ਵੀ ਯੂਜ਼ ਕੀਤਾ ਜਾਂਦਾ ਹੈ, ਐਜ਼ ਵੀ ਸਟੱਡੀਡ ਇਨ ਦਾ ਲੋਅਰ ਕਲਾਸਿਸ। ਸੋ ਫਿਨੋਲਫੈਥੀਲੀਨ ਦਾ ਇਹ ਫਾਰਮੂਲਾ ਬਣ ਜਾਂਦਾ ਹੈ।
ओके जी। सो नैक्सट हैगा हाइड्रोजीनेशन। वेरी सिंपल रिएक्शन। हाइड्रोजीनेशन मतलब फिनोल ਦੇ ਵਿੱਚ ਸਿੰਪਲੀ ਤੁਸੀਂ ਹਾਈਡਰੋਜਨ ਐਡ ਕਰਨਾ ਹੈ ਤੇ ਤੁਹਾਡੇ ਕੋਲੇ ਕੀ ਮਿਲਦਾ, ਸਾਈਕਲੋਹੈਕਸਾਨੋਲ ਜਿਹੜਾ ਹੈ ਉਹ ਤਿਆਰ ਹੁੰਦਾ ਹੈ, ਸਾਈਕਲੋਹੈਕਸਾਨੋਲ। ਸੋ ਨੈਕਸਟ ਹੈਗਾ ਆਕਸੀਡੇਸ਼ਨ। ਆਕਸੀਡੇਸ਼ਨ ਮੀਨਸ ਅਗਰ ਫਿਨੋਲ ਦੀ ਅਸੀਂ ਆਕਸੀਡੇਸ਼ਨ ਕਰੀਏ ਤਾਂ ਕੀ ਹੋਏਗਾ, ਅਲਕੋਹਲ ਦੇ ਵਿੱਚ ਵੀ ਅਸੀਂ ਆਕਸੀਡੇਸ਼ਨਸ ਕੀਤੀਆਂ ਸੀਗੀਆਂ ਐਜ਼ ਯੂ ਨੋ, ਹੈ ਨਾ, ਉੱਥੇ ਅਸੀਂ ਸਾਰਾ ਕੁਝ ਕੋਲਿਨਸ ਰੀਏਜੈਂਟ ਵਗੈਰਾ ਵੀ ਡਿਸਕਸ ਕੀਤੇ ਸੀ। ਤੇ ਇੱਥੇ ਵੀ ਅਸੀਂ ਆਕਸੀਡੇਸ਼ਨ ਕਰਕੇ ਦੇਖਦੇ ਹਾਂ ਫਿਨੋਲ ਦੀ ਕਿ ਕੀ ਪ੍ਰੋਡਕਟ ਬਣਦਾ ਹੈ। ਆਕਸੀਡੇਸ਼ਨ ਕਰਨ ਤੋਂ ਬਾਅਦ ਜਿਹੜਾ ਫਿਨੋਲ ਦਾ ਪ੍ਰੋਡਕਟ ਬਣਦਾ ਹੈ ਦੈਟ ਇਜ਼ ਪੈਰਾ ਬੈਂਜ਼ੋਕੁਇਨਨ। ਠੀਕ ਹੈ, ਪੈਰਾ ਬੈਂਜ਼ੋਕੁਇਨਨ ਬਣਦਾ। ਉੱਪਰਲੀ ਸਾਈਡ ਵੀ ਜਿਹੜਾ ਹੈ ਆਕਸੀਜਨ ਜਿਹੜਾ ਹੈ ਅਟੈਚ ਹੁੰਦਾ ਤੇ ਨੀਚੇ ਵੀ ਆਕਸੀਜਨ ਡਬਲ ਬੌਂਡ ਦੇ ਨਾਲ ਅਟੈਚ ਹੁੰਦਾ, ਵਾਟਰ ਰਿਮੂਵ ਹੁੰਦਾ। ਮੇਨ ਤੁਸੀਂ ਕੀ ਯਾਦ ਰੱਖਣਾ, ਇਹਦਾ ਪ੍ਰੋਡਕਟ ਯਾਦ ਰੱਖਣਾ, ਓਕੇ, ਆਕਸੀਡੇਸ਼ਨ ਦਾ। ਅੱਗੇ ਹੈਗਾ ਕਿ ਇਨ ਦੀ ਪ੍ਰੈਜ਼ੈਂਸ ਆਫ ਪੋਟਾਸ਼ੀਅਮ ਪਰਸਲਫੇਟ। ਅਗਰ ਅਗਰ ਕਹਿੰਦੇ ਅਸੀਂ ਇਸ ਫਿਨੋਲ ਨੂੰ, ਅਗਰ ਇਹਦੇ ਵਿੱਚ ਅਸੀਂ ਪੋਟਾਸ਼ੀਅਮ ਪਰਸਲਫੇਟ ਯੂਜ਼ ਕਰੀਏ ਤਾਂ ਕੀ ਬਣਦਾ, ਠੀਕ ਹੈ, ਤਾਂ ਕੀ ਬਣੂਗਾ, ਤਾਂ ਮਿਕਸਚਰ ਬਣੂਗਾ ਜੀ ਫਿਨੋਲ ਦਾ। ਫਿਨੋਲ ਦੇ ਵਿੱਚ ਫਿਨੋਲ ਦਾ ਮੀਨਸ ਬ੍ਰੇਕੇਜ ਹੋ ਕੇ ਮਿਕਸਚਰ ਬਣੂਗਾ, ਦੋ ਪ੍ਰੋਡਕਟਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਉਹਨਾਂ ਪ੍ਰੋਡਕਟਸ ਦਾ ਨਾਮ ਹੈ ਵੈਰੀ ਇੰਪੋਰਟੈਂਟ, ਦੈਟ ਇਜ਼ ਕੈਟੀਚੋਲ ਐਂਡ ਕਿਊਨੋਲ। ਕੀ ਨਾਮ ਹੈ, ਦੈਟ ਇਜ਼ ਕੈਟੀਚੋਲ। ਕੈਟੀਚੋਲ ਮਤਲਬ ਇਹਨੂੰ ਕੈਟੀਚੋਲ ਕਿਹਾ ਜਾਂਦਾ ਹੈ ਜਦੋਂ OH ਇੱਕ ਤਾਂ ਓਬਵੀਅਸਲੀ ਆਪਣੀ ਪੋਜੀਸ਼ਨ 'ਤੇ ਹੀ ਹੋਵੇ ਤੇ ਦੂਸਰਾ ਉਹਦੇ ਨਾਲ ਔਰਥੋ ਦੇ ਵਿੱਚ ਹੋਵੇ, ਉਹਨੂੰ ਕੈਟੀਚੋਲ ਕਿਹਾ ਜਾਂਦਾ ਹੈ। ਇੱਕ ਹੋਵੇ ਮੇਨ ਪੋਜੀਸ਼ਨ 'ਤੇ ਐਂਡ ਦੂਸਰਾ ਹੋਵੇ ਉਹਦੇ ਆਪੋਜ਼ਿਟ ਮੀਨਸ ਪੈਰਾ ਪੋਜੀਸ਼ਨ 'ਤੇ, ਉਹਨੂੰ ਕੀ ਕਿਹਾ ਜਾਂਦਾ ਹੈ, ਕਿਊਨੋਲ ਕਿਹਾ ਜਾਂਦਾ। ਸੋ ਇਹ ਵੀ ਪੁੱਛਿਆ ਜਾ ਸਕਦਾ ਹੈ, ਇਹ ਰਿਐਕਸ਼ਨ ਤੁਹਾਨੂੰ ਦਿੱਤੀ ਜਾ ਸਕਦੀ ਹੈ, ਠੀਕ ਹੈ ਨਾ, ਉੱਥੇ ਸਿਰਫ ਇਹਨਾਂ ਦੇ ਨਾਮ ਵੀ ਦਿੱਤੇ ਜਾ ਸਕਦੇ ਨੇ। ਸੋ ਈਚ ਐਂਡ ਐਵਰੀ ਰਿਐਕਸ਼ਨ ਜਿਹੜੀ ਹੈਗੀ ਹੈ ਉਹ ਤੁਸੀਂ ਤਿਆਰ ਕਰਨੀ ਹੈ। ਦੇਖੋ 1 ਮਾਰਕ 2 ਮਾਰਕ ਇਹ ਸਭ ਇੰਪੋਰਟੈਂਟ ਹੁੰਦੇ ਨੇ, 1 ਮਾਰਕ ਨਾਲ ਵੀ ਜਿਹੜਾ ਹੈ ਸਭ ਕੁਝ ਰਹਿ ਜਾਂਦਾ। ਸੋ ਐਲਬਸ ਪਰਸਲਫੇਟ ਆਕਸੀਡੇਸ਼ਨ, ਇਸ ਹੈਗੀ ਇਹ ਵੀ ਆਕਸੀਡੇਸ਼ਨ ਦਾ ਹੀ ਪ੍ਰੋਸੈਸ ਸੀਗਾ, ਓਕੇ। ਉੱਪਰ ਵਾਲੀ ਰਿਐਕਸ਼ਨ ਵੀ ਆਕਸੀਡੇਸ਼ਨ ਦੀ ਸੀ, ਇਹ ਵੀ ਆਕਸੀਡੇਸ਼ਨ ਦੀ ਸੀ, ਬਟ ਇਹਦਾ ਨਾਮ ਕੀ ਹੈ, ਐਲਬਸ ਪਰਸਲਫੇਟ ਆਕਸੀਡੇਸ਼ਨ। ਇਹ ਵੀ ਐਗਜ਼ਾਮ 'ਚ ਪੁੱਛਿਆ ਜਾ ਸਕਦਾ ਕਿ ਐਲਬਸ ਪਰਸਲਫੇਟ ਆਕਸੀਡੇਸ਼ਨ ਦੇ ਵਿੱਚ ਕਿਹੜੇ ਪ੍ਰੋਡਕਟਸ ਬਣਦੇ ਨੇ, ਦੈਟ ਇਜ਼ ਕੈਟੀਚੋਲ ਐਂਡ ਕਿਊਨੋਲ। 23 ਰਿਐਕਸ਼ਨ ਦੀ ਗੱਲ ਕਰ ਲਈਏ ਆਪਾਂ, ਰਿਐਕਸ਼ਨ ਵਿਦ ਫੈਰਿਕ ਕਲੋਰਾਈਡ। ਫੈਰਿਕ ਕਲੋਰਾਈਡ ਨਾਲ ਜੇਕਰ ਫਿਨੋਲ ਨੂੰ ਰਿਐਕਟ ਕਰਵਾਉਂਦੇ ਆ ਤਾਂ ਕੀ ਬਣਦਾ, ਇਹ ਵਾਲਾ ਪ੍ਰੋਡਕਟ ਬਣਦਾ ਜੋ ਕਿ ਵਾਇਲਟ ਕਲਰ ਦਾ ਹੁੰਦਾ, ਠੀਕ ਹੈ ਨਾ, ਤੁਸੀਂ ਦੇਖ ਸਕਦੇ ਹੋ Fe, ਬਸ Cl ਨੂੰ ਰਿਮੂਵ ਕਰ ਦਿਓ ਇਹਦੀ ਜਗ੍ਹਾ ਤੇ, ਇਹ ਜਿਹੜਾ ਹੈ ਪ੍ਰੋਡਕਟ ਇਹਦੇ ਨਾਲ ਲਗਾ ਦਿਓ C6H5 ਮੀਨਸ HCl ਇਹਦੇ ਵਿੱਚੋਂ ਰਿਮੂਵ ਕਰ ਦਿਓ 3 ਮੋਲੀਕਿਊਲਸ ਆਫ HCl, ਬਾਕੀ ਜਿਹੜਾ ਪੋਰਸ਼ਨ ਹੋਏਗਾ ਉਹ ਕਿਹਦੇ ਨਾਲ ਲੱਗ ਜਾਏਗਾ, ਆਇਰਨ ਨਾਲ। ਵਾਇਲਟ ਕਲਰ ਦਾ ਕੰਪਲੈਕਸ ਬਣਦਾ ਹੈ। ਔਰ ਕਹਿੰਦੇ ਜਿਹੜੀ ਇਹ ਰਿਐਕਸ਼ਨ ਹੈ ਨਾ, ਇਹਨੂੰ ਯੂਜ਼ ਕੀਤਾ ਜਾਂਦਾ ਅਗਰ ਅਸੀਂ ਫਿਨੋਲਸ ਦਾ ਟੈਸਟ ਵੀ ਕਰਨਾ ਹੁੰਦਾ ਕਿ ਅਗਰ ਟੈਸਟਿੰਗ ਕਰਨੀ ਹੈ ਕਿ ਫਿਨੋਲ ਹੈਗੇ ਨੇ ਜਾਂ ਨਹੀਂ, ਤਾਂ ਉੱਥੇ ਵੀ ਟੈਸਟਿੰਗ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਹੁਣ ਟੈਸਟਸ ਵੀ ਅਸੀਂ ਡਿਸਕਸ ਕਰਨੇ ਆ। ਰਿਐਕਸ਼ਨ ਵਿਦ HONO, ਠੀਕ ਹੈ, ਜਦੋਂ ਅਸੀਂ ਰਿਐਕਸ਼ਨ ਕਰਵਾਉਂਦੇ ਹਾਂ ਫਿਨੋਲ ਦੀ HONO ਦੇ ਨਾਲ ਤਾਂ ਉਹਨੂੰ ਕੀ ਕਿਹਾ ਜਾਂਦਾ, ਮੀਨਸ ਕੀ ਪ੍ਰੋਡਕਟ ਬਣਦਾ ਹੈ, ਇਹਨੂੰ ਇੱਕ ਲਿਬਰਮੈਨ ਟੈਸਟ ਵੀ ਕਿਹਾ ਜਾਂਦਾ। ਟੈਸਟਸ ਵੀ ਇਹਦੇ ਬਹੁਤ ਇੰਪੋਰਟੈਂਟ ਨੇ, ਲਿਬਰਮੈਨ ਟੈਸਟ ਕਿਹਾ ਜਾਂਦਾ ਇਹਨੂੰ, ਠੀਕ ਹੈ। ਇਹ ਲਿਬਰਮੈਨ ਟੈਸਟ 'ਚ ਪੁੱਛਿਆ ਜਾ ਸਕਦਾ ਕਿ ਕਿਹੜਾ ਰੀਏਜੈਂਟ ਯੂਜ਼ ਕੀਤਾ ਜਾਂਦਾ ਜਾਂ ਕਿਹੜਾ ਕੰਪਾਊਂਡ ਯੂਜ਼ ਕੀਤਾ ਜਾਂਦਾ, HONO। ਸੋ ਦੇਖ ਸਕਦੇ ਹੋ ਫਿਨੋਲ ਦੇ ਵਿੱਚ HONO ਐਡ ਕੀਤਾ ਹੁੰਦਾ ਕੀ ਹੈ, ਦੇਖੋ ਜਦੋਂ ਇਹਦੇ ਵਿੱਚ ਅਸੀਂ ਐਡ ਕਰਦੇ ਹਾਂ ਨਾ ਤਾਂ ਮੇਨ ਜਿਹੜਾ ਪ੍ਰੋਡਕਟ ਇਹ ਬਣਦਾ, ਓਕੇ। ਜਦੋਂ ਇਹ ਪ੍ਰੋਡਕਟ ਬਣ ਜਾਂਦਾ ਹੈ, ਹਜੇ ਫਿਲਹਾਲ ਇਹ ਰੀਅਲ ਪ੍ਰੋਡਕਟ ਨਹੀਂ ਬਣਿਆ, ਜੋ ਇਹਦੇ 'ਚ ਅਸਲੀ ਪ੍ਰੋਡਕਟ ਬਣਦਾ ਉਹ ਕਿਵੇਂ ਬਣੂਗਾ, ਜੋ ਇਹਨਾਂ ਦੋਨਾਂ ਦਾ ਬੌਂਡ ਹੈ, ਠੀਕ ਹੈ ਨਾ, ਇਲੈਕਟ੍ਰੋਨਸ ਇੱਥੇ ਸ਼ਿਫਟ ਹੋਣਗੇ, ਵਾਲੇ ਇਲੈਕਟ੍ਰੋਨ ਇੱਥੇ ਸ਼ਿਫਟ ਹੋਣਗੇ, ਠੀਕ ਹੈ, ਇਹ ਅੱਗੇ ਸ਼ਿਫਟ ਹੋਣਗੇ ਤੇ ਇਹ ਅੱਗੇ ਸ਼ਿਫਟ ਹੋਣਗੇ। ਇਸ ਤਰੀਕੇ ਨਾਲ ਸ਼ਿਫਟਿੰਗ ਹੋਣ ਤੋਂ ਬਾਅਦ ਜੋ ਮੇਨ ਲਿਬਰਮੈਨ ਟੈਸਟ 'ਚ ਬਣਦਾ ਤੁਸੀਂ ਉਹ ਯਾਦ ਰੱਖਣਾ, ਦੈਟ ਇਜ਼ ਕੁਇਨੋਨ। ਕੀ ਬਣਦਾ, ਦੈਟ ਇਜ਼ ਕੁਇਨੋਨ, ਓਕੇ। ਕੁਇਨੋਨ ਜਿਹੜਾ ਹੈ ਲਿਬਰਮੈਨ ਟੈਸਟ ਦੇ ਵਿੱਚ ਇਹ ਬਣਦਾ ਤੇ ਉਸ ਤੋਂ ਬਾਅਦ ਨੈਕਸਟ ਤੁਸੀਂ ਦੇਖ ਸਕਦੇ ਹੋ ਫਰਦਰ ਇਹਨਾਂ ਨੇ ਕੀ ਕੀਤਾ, ਏਸੇ ਨੂੰ ਚੱਕਿਆ ਦੁਬਾਰਾ, ਠੀਕ ਹੈ, ਆਹ ਦੇਖ ਸਕਦੇ ਹੋ ਤੁਸੀਂ, ਏਸੇ ਨੂੰ ਫੇਰ ਫਿਨੋਲ ਦੇ ਵਿੱਚ ਐਡ ਕਰਤਾ, ਠੀਕ ਹੈ ਨਾ। ਜਦੋਂ ਫਿਨੋਲ ਦੇ ਵਿੱਚ ਐਡ ਕੀਤਾ ਫਿਰ ਇਹਦੇ ਵਿੱਚੋਂ ਇਹ ਵਾਲਾ ਪੋਰਸ਼ਨ ਰਿਮੂਵ ਕਰਤਾ ਵਾਟਰ, ਤਾਂ ਤੁਸੀਂ ਦੇਖ ਸਕਦੇ ਹੋ ਫੇਰ ਕੀ ਬਣਦਾ, ਦੈਟ ਇਜ਼ ਇੰਡੋਫਿਨੋਲ, ਠੀਕ ਹੈ ਨਾ। ਇੰਡੋਫਿਨੋਲ ਇਹਨੂੰ ਕਿਹਾ ਜਾਂਦਾ ਹੈ। ਇੰਡੋਫਿਨੋਲ ਜਿਹੜਾ ਹੈ ਕਲਰ ਇਹਦਾ ਪੁੱਛਿਆ ਜਾ ਸਕਦਾ, ਇੰਡੋਫਿਨੋਲ ਦਾ ਕਲਰ ਦੈਟ ਇਜ਼ ਰੈਡ। ਤਾਂ ਜਿਹੜਾ ਲਿਬਰਮੈਨ ਟੈਸਟ ਹੈ ਇਹ ਵੀ ਮਤਲਬ ਯੂਜ਼ ਕੀਤਾ ਜਾਂਦਾ ਕਾਹਦੇ ਲਈ, ਫਿਨੋਲਸ ਨੂੰ ਅਲਕੋਹਲਸ ਤੋਂ ਡਿਸਟਿੰਗੁਇਸ਼ ਕਰਨ ਲਈ। ਲਿਬਰਮੈਨ ਟੈਸਟ ਐਗਜ਼ਾਮ 'ਚ ਆ ਸਕਦਾ ਕਿ ਕਿਹੜੇ ਮਤਲਬ ਜੇ ਤੁਸੀਂ ਚੈਪਟਰ ਪੜ੍ਹਿਆ ਹੋਊਗਾ ਤਾਂ ਹੀ ਹੈ ਨਾ, ਕਿ ਫਿਨੋਲ ਜੋ ਹੈ ਅਲਕੋਹਲ ਜੋ ਹੈ ਇਹਨਾਂ ਦੋਨਾਂ ਦੀ ਡਿਸਟਿੰਗੁਇਸ਼ ਕਰਨ ਵਾਸਤੇ ਇਹਨਾਂ ਨੂੰ ਲਿਬਰਮੈਨ ਟੈਸਟ ਯੂਜ਼ ਕੀਤਾ ਜਾਂਦਾ। ਹੁਣ ਆਹ ਟੈਸਟਸ ਹੀ ਆ ਗਏ, ਹੁਣ ਦੇਖਦੇ ਆ ਪ੍ਰਾਇਮਰੀ ਸੈਕੰਡਰੀ। ਪਹਿਲਾਂ ਅਸੀਂ ਪੜ੍ਹਦੇ ਹਾਂ ਕਿ ਅਗਰ 1 ਡਿਗਰੀ 2 ਡਿਗਰੀ 3 ਡਿਗਰੀ ਸਾਡੇ ਕੋਲ ਅਲਕੋਹਲਸ ਨੇ, ਸਾਨੂੰ ਕਿੱਦਾਂ ਪਤਾ ਲੱਗੂਗਾ ਕਿ 1 ਡਿਗਰੀ ਹੈ 2 ਡਿਗਰੀ ਹੈ
है ਜਾਂ 3 ਡਿਗਰੀ ਹੈ। ਠੀਕ ਹੈ ਜੀ। ਸਭ ਤੋਂ ਪਹਿਲਾ ਟੈਸਟ ਦਾ ਨਾਮ ਹੈ ਲਿਊਕਸ ਟੈਸਟ। ਕਿਹੜਾ ਟੈਸਟ ਹੁੰਦਾ ਇਹ? ਦੈਟ ਇਜ਼ ਲਿਊਕਸ ਟੈਸਟ। ਲਿਊਕਸ ਟੈਸਟ ਦੇ ਵਿੱਚ ਕੀ ਹੁੰਦਾ, ਜਿਹੜੀ ਵੀ ਤੁਹਾਡੇ ਕੋਲੇ ਅਲਕੋਹਲ ਹੈ ਨਾ, ਤੁਸੀਂ ਉਹਦੇ ਵਿੱਚ ਲਿਊਕਸ ਰੀਏਜੈਂਟ ਐਡ ਕਰ ਦਿਓ। ਜਦੋਂ ਤੁਸੀਂ ਲਿਊਕਸ ਰੀਏਜੈਂਟ ਐਡ ਕਰੋਗੇ ਤਾਂ ਕੀ ਬਣਨਗੇ ਤੁਹਾਡੇ ਕੋਲੇ? ਐਲਕਾਈਲ ਹੈਲਾਈਡਸ ਬਣਨਗੇ। ਹੁਣ ਗੱਲ ਇਹ ਹੈ ਵੀ ਲਿਊਕਸ ਰੀਏਜੈਂਟ ਹੁੰਦਾ ਕਿਹੜਾ ਗਾ? ਲਿਊਕਸ ਰੀਏਜੈਂਟ ਇਹ ਹੁੰਦਾ ਜਿਹੜਾ ਮੈंने ਸਰਕਲ ਕੀਤਾ ਹੋਇਆ। ਠੀਕ ਹੈ। ਲਿਊਕਸ ਰੀਏਜੈਂਟ ਦਾ ਫਾਰਮੂਲਾ ਵੀ ਪੁੱਛਿਆ ਜਾ ਸਕਦਾ ਹੈ। HCl ਐਨਹਾਈਡਰਸ ਜ਼ਿੰਕ ਕਲੋਰਾਈਡ, ਇਹ ਲਿਊਕਸ ਰੀਏਜੈਂਟ ਹੈ। ਕਿਸੇ ਵੀ ਅਲਕੋਹਲ ਦੇ ਵਿੱਚ ਤੁਸੀਂ ਐਡ ਕਰੋ, ਠੀਕ ਹੈ, ਉੱਥੇ ਇਹਨੂੰ ਐਡ ਕਰੋ ਤੇ ਤੁਹਾਡੇ ਕੋਲੇ ਕੀ ਬਣੂਗਾ? ਦਿਸ ਇਜ਼ ਹੈਲੋਲਕੇਨ ਜਾਂ ਤੁਸੀਂ ਕਹਿ ਸਕਦੇ ਹੋ ਅਲਕਾਈਲ ਹੈਲਾਈਡਸ। ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਐਲਕਾਈਲ ਹੈਲਾਈਡ ਆਪਾਂ ਕਹਿ ਰਹੇ ਹਾਂ ਨਾ, ਇਹ ਹੋ ਸਕਦਾ ਇਹਦੀ ਜਿਹੜੀ ਕਲਾਊਡੀਨੈਸ ਨੂੰ ਟਰਬਿਡਿਟੀ ਵੀ ਕਿਹਾ ਜਾਂਦਾ ਹੈ। ਇਹ 'ਚ ਥੋੜ੍ਹੀ ਤੁਹਾਨੂੰ ਕਲਾਊਡੀਨੈਸ ਨਜ਼ਰ ਆਊਗੀ। ਜੇ ਤਾਂ ਤੁਹਾਨੂੰ ਲੱਗਦਾ ਹੈ ਵੀ ਲਿਊਕਸ ਰੀਏਜੈਂਟ ਇਮੀਡੀਏਟਲੀ ਪਾਉਣ ਦੇ ਨਾਲ, ਇਮੀਡੀਏਟਲੀ ਜਦੋਂ ਮਤਲਬ ਤੁਸੀਂ ਲਿਊਕਸ ਰੀਏਜੈਂਟ ਐਡ ਕੀਤਾ ਉਹਦਾ ਕਲਰ ਉਹਦੀ ਕਲਾਊਡੀਲੈਸ ਜਿਹਾ ਹੋ ਗਿਆ, ਤਾਂ ਦੈਟ ਮੀਨ ਉਹ ਪੱਕਾ ਕਿਹੜੇ ਨੇ? 3 ਡਿਗਰੀ ਅਲਕੋਹਲ ਨੇ। ਜੇ 5 ਮਿੰਟਾਂ ਬਾਅਦ ਉਹ ਕਲਾਊਡੀਨੈਸ ਦਿਖਾਉਂਦਾ ਤਾਂ ਉਹ 2 ਡਿਗਰੀ ਨੇ, ਔਰ ਜੇਕਰ ਹੀਟ ਕਰਨ ਤੋਂ ਬਾਅਦ ਉਹ ਕਲਾਊਡੀਨੈਸ ਦਿਖਾਉਂਦਾ, ਟਰਬਿਡਿਟੀ ਦਿਖਾਉਂਦਾ, ਤਾਂ ਉਹ 1 ਡਿਗਰੀ ਨੇ। ਸੋ ਦਿਸ ਇਜ਼ ਵੈਰੀ ਸਿੰਪਲ ਟੈਸਟ। ਐਂਡ ਨੈਕਸਟ ਇਜ਼ ਦਾ ਵਿਕਟਰ ਮੇਅਰਸ ਟੈਸਟ। ਵਿਕਟਰ ਮੇਅਰਸ ਟੈਸਟ ਕੀ ਕਰਦਾ ਹੈ? ਵਿਕਟਰ ਮੇਅਰ ਟੈਸਟ ਦੇ ਵਿੱਚ ਅਸੀਂ ਕੀ ਕਰਦੇ ਹਾਂ? ਤਿੰਨੋਂ ਅਸੀਂ ਅਲਕੋਹਲਸ ਲੈ ਲੈਂਦੇ ਹਾਂ। ਸਾਰਿਆਂ ਦੇ ਵਿੱਚ ਅਸੀਂ ਕੀ ਐਡ ਕਰਕੇ ਦੇਖਾਂਗੇ? ਪਹਿਲਾਂ P+I2 ਐਡ ਕਰਾਂਗੇ ਸਾਰਿਆਂ ਦੇ ਵਿੱਚ। ਓਕੇ। ਜਦੋਂ P+I2 ਐਡ ਕਰਾਂਗੇ, ਜਿਹੜਾ ਇਹ ਸਭ ਮਤਲਬ ਜੇ 2 ਡਿਗਰੀ ਹੋਏ ਤਾਂ ਉਹ ਇਹ ਵਾਲਾ ਪ੍ਰੋਡਕਟ ਬਣਾਏਗਾ, ਜੇ 3 ਡਿਗਰੀ ਹੋਏ ਤਾਂ ਉਹ ਇਹ ਪ੍ਰੋਡਕਟ ਬਣਾਏਗਾ। ਫਿਰ ਅਸੀਂ ਸਭ ਦੇ ਵਿੱਚ AgNO2 ਐਡ ਕਰਨਾ। AgNO2 ਤੋਂ ਬਾਅਦ ਜੇ 1 ਡਿਗਰੀ ਹੋਏ ਤਾਂ ਇਹ ਵਾਲਾ ਪ੍ਰੋਡਕਟ ਬਣੂ ਦਿਸ ਐਂਡ ਦਿਸ। ਓਕੇ। ਸੋ ਲਾਸਟਲੀ ਅਸੀਂ HNO2 ਐਡ ਕਰਨਾ ਹੈ। HNO2 ਐਡ ਕਰ ਦਿੰਦੇ ਹਾਂ। ਤਾਂ HNO2 ਐਡ ਕਰਨ ਤੋਂ ਬਾਅਦ ਫਿਰ ਤਾਂ ਇਹ ਵਾਲਾ ਪ੍ਰੋਡਕਟ ਬਣੂਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਟਰੋਲਿਕ ਐਸਿਡ। ਮਤਲਬ ਕਲਰ ਤੋਂ ਪਤਾ ਲੱਗੂ ਸਾਨੂੰ। ਜੇਕਰ ਸਾਨੂੰ ਕਲਰ ਨਜ਼ਰ ਆਇਆ ਕਿ ਬਲੱਡ ਰੈੱਡ ਕਲਰ ਬਣ ਗਿਆ ਤਾਂ ਅਸੀਂ ਕਹਿ ਦਾਂਗੇ ਕਿ 1 ਡਿਗਰੀ ਨੇ। ਠੀਕ ਹੈ ਨਾ। ਜਦੋਂ ਇਹਨੂੰ ਐਡ ਕਰੇ ਤੋਂ ਬਾਅਦ ਇੱਥੇ ਬਣੂ ਇਹ ਵਾਲਾ ਪ੍ਰੋਡਕਟ, ਇਹਨੂੰ ਕਹਿੰਦੇ ਨੇ, ਇਹਦਾ ਨਾਮ ਹੁੰਦਾ ਦੈਟ ਇਜ਼ ਸੂਡੋ ਨਾਈਟ੍ਰੋਲ। ਠੀਕ ਹੈ। ਇਹ ਬਲਿਊ ਕਲਰ ਦਾ ਹੋਊਗਾ। ਬਲਿਊ ਕਲਰ ਦੇਖਣ ਸਾਰ ਪਤਾ ਲੱਗ ਜੂਗਾ ਕਿ ਇਹ 2 ਡਿਗਰੀ ਅਲਕੋਹਲ ਨੇ। ਬਟ ਜਦੋਂ ਇਹਦੇ ਵਿੱਚ ਐਡ ਕਰਾਂਗੇ ਨਾ, ਇੱਥੇ ਕੋਈ ਵੀ ਐਕਸ਼ਨ ਨਹੀਂ ਹੋਊਗਾ, ਕਲਰਲੈਸ ਦਾ ਕਲਰਲੈਸ ਹੀ ਰਹੂਗਾ। ਇੱਥੋਂ ਵੀ ਸਾਡੀ ਅੰਡਰਸਟੈਂਡਿੰਗ ਹੋ ਜੂਗੀ ਕਿ ਇਹ 3 ਡਿਗਰੀ, ਬਿਲਕੁਲ 3 ਡਿਗਰੀ ਕੀ ਨੇਗੇ? ਅਲਕੋਹਲ ਨੇ। ਓਕੇ। ਸੋ ਜੇਕਰ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਠੀਕ ਹੈ। ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਸੋ ਇਸੇ ਤਰੀਕੇ ਨਾਲ ਤੁਹਾਨੂੰ ਜਿਹੜੇ ਨੇ ਵੀਡੀਓਜ਼ ਲੈਕਚਰਸ ਮਿਲਦੇ ਰਹਿਣਗੇ। ਸੋ ਸਮਝ ਆ ਗਿਆ ਹੋਊਗਾ ਵਿਕਟਰ ਮੇਅਰ ਟੈਸਟ। ਨੈਕਸਟ ਇਜ਼ ਦਾ ਡਿਸਟਿੰਗੁਇਸ਼। ਹੁਣ ਅਸੀਂ ਕਰਾਂਗੇ ਅਲਕੋਹਲ ਨੂੰ ਫਿਨੋਲ ਦੇ ਨਾਲ ਡਿਸਟਿੰਗੁਇਸ਼। ਇਹਦੇ ਵਿੱਚ ਜਿਹੜੇ ਟੈਸਟਸ ਨੇ ਉਹਨਾਂ ਦੀ ਗੱਲ ਕਰ ਲੈਂਦੇ ਹਾਂ, ਜਿਵੇਂ ਕਿ ਲਿਟਮਸ ਟੈਸਟ। ਲਿਟਮਸ ਟੈਸਟ ਤਾਂ ਵੈਰੀ ਸਿੰਪਲ ਹੁੰਦਾ ਕਿ ਲਿਟਮਸ ਪੇਪਰ ਨਾਲ ਚੈੱਕ ਕਰ ਸਕਦੇ ਆਪਾਂ। ਜੇਕਰ ਜਿਹੜੇ ਫਿਨੋਲਸ ਹੁੰਦੇ ਨੇ ਉਹ ਤਾਂ ਕਰਨਗੇ ਬਲਿਊ ਲਿਟਮਸ ਨੂੰ ਰੈੱਡ 'ਚ ਕਨਵਰਟ। ਬਲਿਊ ਲਿਟਮਸ ਪਾ ਕੇ ਦੇਖੋ, ਰੈੱਡ 'ਚ ਕਨਵਰਟ ਕਰ ਦੇਣਗੇ। ਜਿਹੜੇ ਜੇ ਹੋਏ ਅਲਕੋਹਲਸ, ਉਹਨਾਂ ਦਾ ਕੋਈ ਇਫੈਕਟ ਹੀ ਨਹੀਂ ਹੋਏਗਾ ਲਿਟਮਸ ਸੋਲਿਊਸ਼ਨ 'ਤੇ। ਠੀਕ ਹੈ ਨਾ। ਨੋ ਇਫੈਕਟ। ਤਾਂ ਅਸੀਂ ਸਮਝ ਜਾਵਾਂਗੇ ਕਿ ਇਹ ਅਲਕੋਹਲਸ ਨੇ। FeCl3 ਟੈਸਟ ਆ ਗਿਆ ਜੀ, ਜਿਹਦੀ ਅਸੀਂ ਗੱਲ ਕਰ ਰਹੇ ਸੀਗੇ, ਦੈਟ ਇਜ਼ ਫੈਰਿਕ ਕਲੋਰਾਈਡ ਟੈਸਟ। ਇਹਦੇ ਨਾਲ ਕੀ ਹੁੰਦਾ? ਫਿਨੋਲਸ ਰਿਐਕਟ ਵਿਦ ਨਿਊਟਰਲ FeCl3 ਸੋਲਿਊਸ਼ਨ ਟੂ ਗਿਵ ਕਲਰਸ। ਜਦੋਂ ਹੀ ਤੁਸੀਂ ਫਿਨੋਲ ਦੇ ਵਿੱਚ ਐਡ ਕਰਦੇ ਹੋ ਤੇ ਕਲਰਡ ਸਾਨੂੰ ਕੋਈ ਕੰਪਾਊਂਡ ਦਿੰਦਾ ਹੈ। ਬਟ ਅਲਕੋਹਲ ਦੇ ਵਿੱਚ ਜਦੋਂ ਇਹਨੂੰ ਐਡ ਕਰੋਗੇ ਕੋਈ ਕਲਰ ਨਹੀਂ ਦਿੰਦਾ। ਨੋ ਚੇਂਜ ਇਨ ਦਾ ਕਲਰ, ਉਹੀ ਕਲਰ ਰਹੂਗਾ। ਤੁਸੀਂ ਸਮਝ ਜਾਵਾਂਗੇ ਕਿ ਉਹ ਕੀ ਹੈ? ਅਲਕੋਹਲ ਹੈ। ਵੈਰੀ ਸਿੰਪਲ। ਬ੍ਰੋਮੀਨ ਵਾਟਰ ਟੈਸਟ ਵੀ ਹੁੰਦਾ ਇੱਕ। ਇਹਦੇ ਵਿੱਚ ਕੀ ਕੀਤਾ ਜਾਂਦਾ ਹੁੰਦਾ? ਫਿਨੋਲ ਜਿਹੜੇ ਹੁੰਦੇ ਨੇ, ਜੇ ਫਿਨੋਲ ਦੇ ਵਿੱਚ ਅਸੀਂ ਇਹਨੂੰ ਐਡ ਕਰ ਦਈਏ ਨਾ, ਮੀਨਸ ਇਹਨੂੰ ਐਡ ਕਰ ਦਈਏ ਤਾਂ ਸਾਡੇ ਕੋਲੇ ਇਹ ਵਾਲਾ ਕੰਪਾਊਂਡ ਬਣਦਾ ਹੈ। ਇਹਦੇ ਨਾਲ ਵਾਈਟ PPT ਬਣ ਜਾਂਦੇ ਨੇ। ਵਾਈਟ ਕਲਰ ਦੇ PPT ਬਣਨਗੇ ਤਾਂ ਅਸੀਂ ਸਮਝਾਂਗੇ ਕਿ ਇਹ ਫਿਨੋਲ ਹੈ। ਬਟ ਜਿਹੜੇ ਅਲਕੋਹਲਸ ਹੁੰਦੇ ਨੇ, ਜੇ ਉਹਦੇ ਵਿੱਚ ਇਹਨੂੰ ਐਡ ਕਰੀਏ ਤਾਂ ਕੋਈ ਕਿਸੇ ਤਰ੍ਹਾਂ ਦੇ ਵਾਈਟ PPT ਨਹੀਂ ਬਣਦੇ। ਨੈਕਸਟ ਦੇਖ ਸਕਦੇ ਹਾਂ ਕਪਲਿੰਗ ਰਿਐਕਸ਼ਨ। ਕਪਲਿੰਗ ਰਿਐਕਸ਼ਨ ਓਬਵੀਅਸਲੀ ਹੈ ਨਾ, ਅਸੀਂ ਹੁਣੀ ਡਿਸਕਸ ਕੀਤੀ ਸੀ ਕਿ ਫਿਨੋਲ ਦੇ ਵਿੱਚ ਹੀ ਕਲਰ ਡਾਈ ਬਣਦੀ ਹੈ ਜਿਹਨੂੰ ਅਸੀਂ ਐਜ਼ੋ ਡਾਈ ਕਹਿੰਦੇ ਹਾਂ। ਬਟ ਅਲਕੋਹਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਾਈ ਜਿਹੜੀ ਆ ਉਹ ਨਹੀਂ ਬਣਦੀ। ਕਪਲਿੰਗ ਰਿਐਕਸ਼ਨ ਪੋਸੀਬਲ ਓਨਲੀ ਇਨ ਦਾ ਫਿਨੋਲਸ। NaOH ਸੋਲਿਊਸ਼ਨ ਦੇਖ ਸਕਦੇ ਹਾਂ। NaOH ਸੋਲਿਊਸ਼ਨ ਕੀ ਹੁੰਦਾ? ਇਹਦੇ ਵਿੱਚ ਫਿਨੋਲਸ ਜਿਹੜੇ ਹੁੰਦੇ ਨੇ ਉਹ ਰਿਐਕਟ ਕਰ ਲੈਂਦੇ ਨੇ Na ਸੋਲਿਊਸ਼ਨ ਦੇ ਨਾਲ। ਬਟ ਜੇਕਰ ਅਲਕੋਹਲਸ ਦੀ ਗੱਲ ਕਰੀਏ ਇਹ ਨਹੀਂ ਕਰਦੇ। ਮਤਲਬ ਮੋਸਟਲੀ ਜਿਹੜਾ ਹੈ ਪਾਰਟੀਸੀਪੇਸ਼ਨ ਫਿਨੋਲਸ ਦੀ ਜ਼ਿਆਦਾ ਰਹਿੰਦੀ ਹੈ ਨਾ। ਅਲਕੋਹਲਸ ਤਾਂ ਕੁਛ ਨਹੀਂ ਕਰਦੇ। ਦੈਟ ਇਜ਼ ਲਿਬਰਮੈਨਸ ਟੈਸਟ। ਲਿਬਰਮੈਨਸ ਟੈਸਟ ਕੀ ਹੁੰਦਾ?
ਫਿਨੋਲਸ ਜਿਹੜੇ ਨੇ ਗਿਵ ਰੈੱਡ ਕਲਰੇਸ਼ਨ ਔਨ ਵਾਰਮਿੰਗ, ਜੇ ਤਾਂ ਹੋਏ ਫਿਨੋਲਸ, ਠੀਕ ਹੈ ਨਾ, ਜੇ ਉਹਨਾਂ ਨੂੰ ਅਸੀਂ ਕਰੀਏ ਵਾਰਮਿੰਗ ਤਾਂ ਉਹ ਰੈੱਡ ਕਲਰ ਦੇ ਵਿੱਚ ਚੇਂਜ ਹੋ ਜਾਣਗੇ। ਕਿਹਦੇ ਨਾਲ? ਵਿਦ ਸੋਡੀਅਮ ਨਾਈਟਰਾਈਟ। ਹੁਣੀ ਕੀਤੀ ਸੀ ਰਿਐਕਸ਼ਨ, ਤੁਸੀਂ ਸੇਮ ਹੀ ਕਹਿ ਸਕਦੇ ਹੋ, ਬਟ ਅਲਕੋਹਲ ਦੇ ਵਿੱਚ ਕੋਈ ਕਲਰ ਜਿਹੜਾ ਹੈ ਪ੍ਰੋਡਿਊਸ ਨਹੀਂ ਹੋਏਗਾ ਵਿਦ ਦਾ ਸੋਡੀਅਮ ਨਾਈਟਰਾਈਟ ਡਿਸੋਲਿਊਸ਼ਨ ਇਨ ਸਲਫਿਊਰਿਕ ਐਸਿਡ। ਨੈਕਸਟ ਆ ਜਾਂਦੀ ਹੈ ਕੁਝ ਕਨਵਰਜਨਸ, ਬਸ ਆਪਣਾ ਲਾਸਟ ਟੌਪਿਕ ਹੈ ਕਨਵਰਜਨਸ, ਜਿਹਦੇ ਵਿੱਚ ਅਸੀਂ 1 ਡਿਗਰੀ ਨੂੰ 2 ਡਿਗਰੀ 'ਚ ਕਨਵਰਟ ਕਰਨਾ ਹੈ। ਫਿਰ ਇੱਕ ਰਿਐਕਸ਼ਨ ਆਉਂਦੀ ਹੈ 2 ਡਿਗਰੀ ਨੂੰ 3 ਡਿਗਰੀ 'ਚ ਕਨਵਰਟ ਕਰਨਾ ਹੈ। ਵੈਰੀ ਸਿੰਪਲ ਕਿ 1 ਡਿਗਰੀ ਕੋਈ ਵੀ ਲਓ ਤੁਸੀਂ, ਠੀਕ ਹੈ, ਤਾਂ ਉਹਦੇ ਨਾਲ ਕੀ ਹੋਏਗਾ, ਉਹਦੇ ਵਿੱਚ ਜੇਕਰ ਤੁਸੀਂ 1 ਤੋਂ 2 ਡਿਗਰੀ ਜਾਣਾ ਹੈ ਸੋ Cl2 ਯੂਜ਼ ਕਰਨਾ ਪਊਗਾ। SOCl2 ਹੋਊਗਾ ਕਿ Cl ਜਿਹੜਾ ਹੈ ਇਸ ਪਲੇਸ ਤੇ ਲੱਗ ਜੂਗਾ OH ਦੀ ਪਲੇਸ ਤੇ, ਠੀਕ ਹੈ। OH ਦੀ ਪਲੇਸ ਤੇ Cl2 ਜਦੋਂ ਲੱਗ ਜਾਏਗਾ, ਸਾਨੂੰ ਕੀ ਚਾਹੀਦਾ? ਦੇਖੋ 1 ਡਿਗਰੀ ਤੋਂ 2 ਡਿਗਰੀ ਚਾਹੀਦਾ। ਪਹਿਲੀ ਗੱਲ ਤਾਂ ਸਾਡੇ ਕੋਲ ਇੱਕ ਐਲਕਾਈਲ ਗਰੁੱਪ ਹੈ। ਕਿੰਨੇ ਐਲਕਾਈਲ ਗਰੁੱਪ ਚਾਹੀਦੇ ਨੇ? 2 ਐਲਕਾਈਲ ਗਰੁੱਪ ਤਾਂ ਚਾਹੀਦੇ ਹੀ ਨੇ ਨਾ, ਓਕੇ। ਸੋ ਇਹਨੂੰ Cl ਨੂੰ ਹੁਣ ਰਿਮੂਵ ਕਰੋ, ਇਹਦੇ ਵਿੱਚ KOH ਐਡ ਕਰੋ। ਕੀ ਐਡ ਕਰਨਾ? ਅਸੀਂ KOH ਐਡ ਕਰਨਾ, ਓਕੇ। ਜਦੋਂ ਤੁਸੀਂ KOH ਐਡ ਕਰੋਗੇ ਤਾਂ ਤੁਹਾਡੇ ਕੋਲੇ ਮੇਨ ਹੁੰਦਾ ਕੀ ਹੈ, ਇਹ ਵਾਲਾ ਜਿਹੜਾ H ਹੈ ਇੱਥੇ ਸ਼ਿਫਟ ਹੋ ਗਿਆ, H ਨਹੀਂ ਮੀਨਸ ਇਹਦੇ ਇਲੈਕਟ੍ਰੋਨ ਇੱਥੇ ਸ਼ਿਫਟ ਹੋ ਗਏ, Cl ਨਾਲ ਜੋ ਹੈ ਬਾਹਰ ਚਲਾ ਗਿਆ, ਸੋ ਇੱਥੇ ਇਹ ਵਾਲਾ ਪ੍ਰੋਡਕਟ ਬਣ ਗਿਆ। ਹੁਣ ਦੇਖੋ ਤੁਹਾਡੇ ਕੋਲੇ ਕੀ ਚੀਜ਼ ਚਾਹੀਦੀ ਹੈ ਤੁਹਾਨੂੰ? H ਪੋਜ਼ਿਟਿਵ, ਤੁਸੀਂ ਇੱਥੇ ਕੀ ਲਗਾ ਦੋਗੇ? ਮਾਰਕੋਨਿਵਸ ਰੂਲ ਲਗਾ ਦਿਓ, ਠੀਕ ਹੈ। ਮਾਰਕੋਨਿਵ ਰੂਲ ਲਗਾ ਕੇ 2 ਡਿਗਰੀ ਅਲਕੋਹਲ 'ਚ ਕਨਵਰਟ ਹੋ ਗਿਆ। ਨੈਕਸਟ ਹੈ ਕਿ 2 ਡਿਗਰੀ ਨੂੰ 3 ਡਿਗਰੀ 'ਚ ਕਿਵੇਂ ਕਨਵਰਟ ਕਰਨਾ? ਤੁਸੀਂ 2 ਡਿਗਰੀ ਵਾਲਾ ਕੋਈ ਅਲਕੋਹਲ ਲਓ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਉਹਦੀ ਆਕਸੀਡੇਸ਼ਨ ਕਰਵਾ ਦਿਓ। ਜਦੋਂ ਮੈਂ ਤੁਹਾਨੂੰ ਆਕਸੀਡੇਸ਼ਨ ਦੱਸਿਆ ਕਿ K2Cr2O7 ਦੀ ਪ੍ਰੈਜ਼ੈਂਸ 'ਚ ਕਰਵਾ ਸਕਦੇ ਹਾਂ, ਤਾਂ ਇਹ ਪ੍ਰੋਡਕਟ CO ਦੇ ਵਿੱਚ ਕਨਵਰਟ ਹੋ ਜਾਂਦਾ ਹੁੰਦਾ। ਹੁਣ ਸਾਨੂੰ ਚਾਹੀਦਾ 3 ਡਿਗਰੀ। 3 ਡਿਗਰੀ ਮਤਲਬ ਸਾਨੂੰ ਚਾਹੀਦੇ ਨੇ 3 CH3 ਗਰੁੱਪ। ਜੇਕਰ 3 ਚਾਹੀਦੇ ਨੇ ਤਾਂ ਤੁਸੀਂ RMGX ਐਡ ਕਰ ਦਿਓ, ਇੱਕ R ਤਾਂ ਸਾਨੂੰ ਚਾਹੀਦਾ ਹੀ ਹੈ ਨਾ, R ਸਾਨੂੰ RMGX ਤੋਂ ਹੀ ਮਿਲੂਗਾ। ਤਾਂ ਇਹਨੂੰ ਜਦੋਂ ਐਡ ਕਰੋਗੇ ਤਾਂ ਤੁਹਾਨੂੰ ਪਤਾ ਹੈ ਕਿ ਇਹ ਗਰੁੱਪ ਇੱਥੇ ਲੱਗ ਜੂਗਾ, ਜਿਹੜਾ ਪਿਛਲਾ ਗਰੁੱਪ ਹੈ ਉਹ ਕਿੱਥੇ ਲੱਗ ਜੂਗਾ? ਆਕਸੀਜਨ ਦੇ ਕੋਲੇ। ਆ ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਇੱਥੋਂ ਬ੍ਰੇਕੇਜ ਕਰਨੀ ਹੈ, ਬ੍ਰੇਕੇਜ ਕਰਨ ਵਾਸਤੇ ਤੁਸੀਂ ਹਾਈਡਰੋਲਿਸਿਸ ਕਰ ਦਿਓ, ਹਾਈਡਰੋਲਿਸਿਸ ਦੇ ਨਾਲ ਤੁਸੀਂ 3 ਡਿਗਰੀ ਹੈ ਜਿਹੜਾ ਤੁਹਾਨੂੰ ਮਿਲ ਜਾਊਗਾ। ਤਾਂ 1 ਡਿਗਰੀ ਅਲਕੋਹਲ ਟੂ 3 ਡਿਗਰੀ ਅਲਕੋਹਲ, ਇਹ 1 ਡਿਗਰੀ ਹੈ, ਠੀਕ ਹੈ। ਆਈਸੋ ਕਰਕੇ ਨੂੰ 1 ਡਿਗਰੀ ਤੁਸੀਂ ਕਹੋਗੇ, ਇਹ 1 ਡਿਗਰੀ ਹੈ। ਇਹਦੇ ਵਿੱਚੋਂ ਤੁਸੀਂ ਡੀਹਾਈਡਰੇਸ਼ਨ ਕਰ ਦਿਓ, ਮੀਨਸ ਵਾਟਰ ਰਿਮੂਵ ਕਰ ਦਿਓ। ਵਾਟਰ ਰਿਮੂਵ ਹੋ ਕੇ ਕੀ ਬਣੂਗਾ? ਤੁਹਾਡੇ ਕੋਲ ਇਹ ਪ੍ਰੋਡਕਟ ਬਣੂਗਾ। ਉਸ ਤੋਂ ਬਾਅਦ ਤੁਸੀਂ ਇਹਦੀ ਹਾਈਡਰੇਸ਼ਨ ਕਰ ਦਿਓ। ਹਾਈਡਰੇਸ਼ਨ ਮੀਨਸ ਆਪਾਂ ਤਾਂ ਕਰ ਰਹੇ ਹਾਂ ਕਿ ਇਹਦੇ ਵਿੱਚ ਕੀ ਹੋਏਗਾ? ਮਾਰਕੋਨਿਵਸ ਰੂਲ ਲੱਗੂਗਾ। ਮਾਰਕੋਨਿਵ ਦੇ ਅਕੋਰਡਿੰਗ ਜਿਹਦੇ ਕੋਲ ਜ਼ਿਆਦਾ ਹਾਈਡਰੋਜਨ ਹੁੰਦੇ ਨੇ ਉੱਥੇ H ਲੱਗ ਜਾਏਗਾ, ਜਿਹਦੇ ਕੋਲੇ ਘੱਟ ਹੁੰਦੇ ਨੇ ਉੱਥੇ OH ਨੈਗੇਟਿਵ ਲੱਗ ਜਾਏਗਾ, ਤੇ ਤੁਹਾਡੇ ਕੋਲੇ 3 ਡਿਗਰੀ ਹੈ ਜਿਹੜਾ ਉਹ ਐਲਕੋਹਲ ਪ੍ਰਪੇਅਰ ਹੋ ਜਾਏਗਾ। ਨੈਕਸਟ ਦੇਖੋ, ਮਿਥੇਨੋਲ ਨੂੰ ਇਥੇਨੋਲ 'ਚ ਕਨਵਰਟ ਕਰਨਾ ਹੈ। ਜਾਂ ਤਾਂ ਤੁਸੀਂ ਕਹਿ ਸਕਦੇ ਹੋ ਵੀ ਲੋਅਰ ਅਲਕੋਹਲ ਨੂੰ ਹਾਇਰ 'ਚ ਕਨਵਰਟ ਕਰਨਾ ਵੀ ਕਹਿ ਸਕਦੇ ਹੋ, ਜਾਂ ਮਿਥੇਨੋਲ ਨੂੰ ਇਥੇਨੋਲ 'ਚ। ਇਹ ਰਿਐਕਸ਼ਨ ਸੇਮ ਹੀ ਆ। ਇਹਦੇ ਵਿੱਚ ਤੁਸੀਂ ਮਿਥੇਨੋਲ ਲਓ ਤੇ ਤੁਸੀਂ CH3 ਲਿਆ, ਤੁਹਾਡਾ ਇੱਥੇ ਟਾਰਗੇਟ ਇਹ ਹੈ ਵੀ ਤੁਸੀਂ 2 ਕਾਰਬਨ ਕਰਨੇ ਨੇ ਕਿਵੇਂ ਨਾ ਕਿਵੇਂ, ਠੀਕ ਹੈ। 1 ਕਾਰਬਨ ਤੋਂ 2 ਕਾਰਬਨ ਕਰਨੇ ਨੇ, ਤਾਂ ਪਹਿਲਾਂ ਤਾਂ ਤੁਸੀਂ HI ਐਡ ਕਰੋਗੇ, ਇਹ ਬਣਾਓਗੇ। ਫਿਰ ਇਹਦੇ 'ਚ ਤੁਸੀਂ KCN ਐਡ ਕਰੋਗੇ, ਇਹ ਪ੍ਰੋਡਕਟ ਬਣੂਗਾ। ਫਿਰ ਇਹਦੀ ਰਿਡਕਸ਼ਨ ਕਰੋਗੇ। ਸਾਨੂੰ ਪਤਾ ਹੈ ਵੀ ਜਿਹੜੀ ਰਿਡਕਸ਼ਨ ਅਸੀਂ ਕਰਦੇ ਹਾਂ ਉਸ ਰਿਡਕਸ਼ਨ ਨਾਲ ਕੀ ਹੁੰਦਾ ਹੈ, ਜੋ CN ਹੈ, ਠੀਕ ਹੈ ਨਾ, ਇੱਥੇ CN ਦਾ ਕੀ ਬਣ ਜੂਗਾ? ਦੈਟ ਇਜ਼ CH2NH2, 1 ਕਾਰਬਨ ਜਿਹੜਾ ਅਸੀਂ ਇੱਥੇ ਜਨਰੇਟ ਕਰ ਲਿਆ। ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ HONO। HONO ਐਡ ਕਰਾਂਗੇ ਤਾਂ ਕੀ ਬਣੂਗਾ? CH3CH2OH। ਨੈਕਸਟ ਹੈ ਜੀ ਸਾਡੇ ਕੋਲੇ ਇਥੇਨੋਲ ਨੂੰ ਮਿਥੇਨੋਲ 'ਚ ਕਨਵਰਟ ਕਰਨਾ। ਤੁਸੀਂ ਕੀ ਕਰਨਾ? ਇਥੇਨੋਲ ਲੈਣਾ ਇੱਥੇ ਸਟਾਰਟਿੰਗ ਦੇ ਵਿੱਚ, ਤੇ ਇਹਦੇ ਵਿੱਚ ਕੀ ਐਡ ਕਰ ਦੇਣਾ ਗਾ ਤੁਸੀਂ? ਆਕਸੀਡੇਸ਼ਨ ਰੀਏਜੈਂਟ ਕੋਈ ਐਸਾ ਜੋ ਇਹਦੀ ਆਕਸੀਡੇਸ਼ਨ ਕਰ ਸਕੇ। ਤਾਂ ਸਾਨੂੰ ਪਤਾ ਹੈ ਵੀ ਜਿਹੜਾ CH2OH ਹੈ ਉਹ ਕਾਹਦੇ 'ਚ ਕਨਵਰਟ ਹੋ ਜਾਊਗਾ? CHO ਦੇ ਵਿੱਚ। ਫਿਰ ਉਹਦੀ ਆਕਸੀਡੇਸ਼ਨ ਕਰਨੀ ਹੈ। ਆਕਸੀਡੇਸ਼ਨ ਤੋਂ ਬਾਅਦ ਕੀ ਹੋਏਗਾ? CHO ਗਰੁੱਪ ਕਾਹ 'ਚ ਕਨਵਰਟ ਹੋ ਜਾਏਗਾ? COOH ਦੇ ਵਿੱਚ। COOH ਦੇ ਵਿੱਚ ਤੁਸੀਂ NaOH ਐਡ ਕਰੋਗੇ ਤਾਂ ਕੀ ਆਊਗਾ? ਦਿਸ ਪੋਰਸ਼ਨ, ਓਕੇ, ਮੀਨਸ COH ਦੀ ਜਗ੍ਹਾ ਤੇ ਕੀ ਆ ਜਾਊਗਾ? Na। ਤਾਂ ਫਿਰ ਇਹਦੇ ਵਿੱਚੋਂ ਕੀ ਕਰਨਾ? ਤੁਸੀਂ ਦੇਖੋ ਇਥੇਨੋਲ 'ਚ 2 ਕਾਰਬਨ ਹੁੰਦੇ ਨੇ, ਇੱਥੇ 1 ਹੁੰਦਾ, ਤਾਂ ਮੀਨਸ ਤੁਸੀਂ ਇਹ ਵਾਲਾ ਕਾਰਬਨ ਹੈ ਜਿਹੜਾ ਇਸ ਕਾਰਬਨ ਨੂੰ ਰਿਮੂਵ ਕਰਨਾ ਹੈ। ਇਸ ਕਾਰਬਨ ਨੂੰ ਰਿਮੂਵ ਕਰਨ ਵਾਸਤੇ ਤੁਸੀਂ ਸਭ ਕੁਝ ਕਰ ਰਹੇ ਹੋ, ਠੀਕ ਹੈ ਨਾ। Cl2 ਐਡ ਕੀਤਾ ਤਾਂ ਇਹਦੇ ਵਿੱਚ ਕਿੰਨਾ ਆ ਜਾਊਗਾ ਤੁਹਾਡੇ ਕੋਲੇ? CH4 ਦੇ ਵਿੱਚ ਤੁਸੀਂ Cl ਐਡ ਕਰੋਗੇ ਤਾਂ ਇਹ ਬਣ ਜਾਊਗਾ ਪੋਰਸ਼ਨ, ਐਂਡ ਦੈਨ ਇਹਦੀ ਹਾਈਡਰੋਲਿਸਿਸ ਕਰ ਦਿਓ, ਇਹ ਰਿਮੂਵ ਹੋ ਜਾਊਗਾ, ਇੱਥੇ ਕੀ ਲੱਗ ਜਾਊਗਾ? OH। ਸੋ ਦਿਸ ਇਜ਼ ਆਲ ਅਬਾਊਟ ਯੋਰ ਰਿਐਕਸ਼ਨਸ ਆਫ ਫਿਨੋਲਸ, ਕੈਮੀਕਲ ਰਿਐਕਸ਼ਨਸ ਆਫ ਫਿਨੋਲਸ ਐਂਡ ਸਮ ਡਿਸਟਿੰਕਸ਼ਨ ਟੈਸਟਸ, ਤੇ ਇਹਦੇ ਬਾਰੇ ਅਸੀਂ ਗੱਲ ਕੀਤੀ ਹੈ। ਸੋ ਇਸ ਦੇ ਨਾਲ ਜਿਹੜਾ ਹੈ
ਫਿਨੋਲ ਅਤੇ ਅਲਕੋਹਲ ਤੁਹਾਡਾ ਕੰਪਲੀਟ ਹੋ ਗਿਆ। ਠੀਕ ਹੈ ਜੀ, ਹੁਣ ਅਸੀਂ ਈਥਰਸ ਕਰਾਂਗੇ ਅਤੇ ਉਸ ਤੋਂ ਪਹਿਲਾਂ ਤੁਹਾਡਾ ਅਲਕੋਹਲ ਅਤੇ ਫਿਨੋਲ ਦੇ ਕੁਛ ਪ੍ਰੈਕਟਿਸ ਕੁਐਸਚਨਸ ਜਿਹੜੇ ਨੇ ਮੈਂ ਲੈ ਕੇ ਆਊਂਗੀ ਜੋ ਬਹੁਤ ਇੰਪੋਰਟੈਂਟ ਰਹਿਣਗੇ, ਅਤੇ ਕੁਛ ਲਾਸਟ ਈਅਰ ਕੁਐਸਚਨ ਵੀ ਡਿਸਕਸ ਕਰਾਂਗੇ। ਓਕੇ ਜੀ, ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਹਾਡਾ ਕੰਮ ਹੈ ਕਿ ਲਾਈਕ ਕਰ ਦਿਓ। ਠੀਕ ਹੈ, ਲਾਈਕ ਕਰ ਦਿਓ, ਕਮੈਂਟ ਕਰ ਦਿਓ ਵੀ ਹਾਂਜੀ ਸਮਝ ਆ ਗਿਆ, ਐਂਡ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ, ਮਿਹਨਤ ਬਹੁਤ ਲੱਗਦੀ ਆ। ਸੋ ਓਕੇ, ਕਰ ਲਓ ਤਿਆਰੀ। ਠੀਕ ਹੈ ਜੀ, ਟੇਕ ਕੇਅਰਸ। ਥੈਂਕ ਯੂ ਸਟੂਡੈਂਟਸ।